ਸੁਪਨਿਆਂ ਦੇ ਮਦਾਰੀ ਕਹੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਵਰਗੇ ਦੁਬਾਰੇ ਫਿਰ ਪੰਜਾਬ ਵੱਲ ਕੂਚ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਮਨ ਸੀਗਾ ਇਹਨੂੰ ਕਦੇ ਵੀ ਪ੍ਰਸ਼ਾਂਤ ਕਿਸ਼ੋਰ ਦੀ ਲੋੜ ਨਹੀਂ ਪੈਣੀ ਸੀ ਜੇਕਰ ਇਹ ਲਗਾਤਾਰ 4 ਸਾਲ ਕੰਮ ਕਰਦੇ। ਕਾਂਗਰਸ ਦੀ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ, ਨਵਜੋਤ ਸਿੰਘ ਸਿੱਧੂ ਕੀ ਇਸੇ ਪਾਰਟੀ ਦੇ ਵਿੱਚ ਟਿਕੇ ਰਹਿਣਗੇ? ਜਿਸ ਕਿਸਮ ਦੇ ਹੁਣ ਕਰਦਾਰ ਨੇ ਜਿਹੜੇ ਰਾਜਨੀਤੀ ਦੇ ਖੇਤਰ ਦੇ ਵਿੱਚ ਜਿਹੜੇ ਦਾਖਲ ਹੋ ਰਹੇ ਨੇ, ਬਿਲਕੁਲ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਸਾਨੂੰ ਨਜ਼ਰ ਨਹੀਂ ਆਉਂਦੀ। ਤੇ 1966 ਵਾਲਾ ਪੰਜਾਬ ਕਿਤੇ ਨਾ ਕਿਤੇ ਹਾਸ਼ੀਏ ਤੇ ਚਲਿਆ ਗਿਆ। ਮੈਂ ਕਹਾਂਗਾ ਅੱਜ ਮਹਾ ਪੰਜਾਬ ਦੀ ਗੱਲ ਮੁੜ ਉੱਭਰੀ ਹੈਗੀ ਆ। ਪੰਜਾਬ ਦੇ ਕਿਸਾਨੀ ਅੰਦੋਲਨ ਨੇ ਪਹਿਲੀ ਇੱਥੋਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀਆਂ ਜੜ੍ਹਾਂ ਕੀ ਕੱਟ ਦਿੱਤੀਆਂ, ਪੱਟ ਦਿੱਤੀਆਂ। ਨਾ ਇੱਧਰ ਦੀ ਤੇ ਨਾ ਉੱਧਰ ਦੀ ਗੱਲ, ਸਿਰਫ ਪੰਜਾਬ ਤੇ ਪੰਜਾਬੀ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਸਟਾਰ ਟੀਵੀ। ਮੈਂ ਨਿਰਮਲ ਸਿੰਘ ਮਾਨਸ਼ਈਆ ਤੇ ਅੱਜ ਅਸੀਂ ਨਵਜੇ ਪੰਜਾਬ ਪ੍ਰੋਗਰਾਮ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਸਤਨਾਮ ਸਿੰਘ ਸੇਖੋਂ ਜੀ। ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਪਿੜ ਦੀ, ਸਿਆਸੀ ਨਬਜ਼ ਦੀ ਤੇ ਨੌਜਵਾਨੀ ਤੇ ਕਿਸਾਨੀ ਦੀ। ਪੰਜਾਬ ਦੇ ਵਿੱਚ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਦੇਸ਼ ਵਿਆਪੀ ਅੰਦੋਲਨ ਬਣ ਚੁੱਕਿਆ। ਕਿਸਾਨੀ ਮਸਲਿਆਂ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਵਾਪਰ ਰਿਹਾ ਹੈ। ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਨੇ। ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਕਿਸ ਤਰ੍ਹਾਂ ਨਿਭਾ ਰਹੀ ਹੈ, ਅਕਾਲੀ ਦਲ ਵਿਰੋਧੀ ਧਿਰ ਦੀ ਭੂਮਿਕਾ ਕਿਸ ਤਰ੍ਹਾਂ ਨਿਭਾ ਰਿਹਾ ਹੈ, ਇਹਨਾਂ ਮਸਲਿਆਂ ਦੇ ਉੱਤੇ ਅਸੀਂ ਚਰਚਾ ਕਰਨ ਲਈ ਸਾਡੇ ਸਟੂਡੀਓ 'ਚ ਸ਼ਾਮਲ ਨੇ ਪ੍ਰੋਫੈਸਰ ਸਤਨਾਮ ਸਿੰਘ ਸੇਖੋਂ ਜੀ। ਸੇਖੋਂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ ਨਵਜੇ ਪੰਜਾਬ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਤੁਹਾਡਾ ਧੰਨਵਾਦ। ਸੇਖੋਂ ਸਾਹਿਬ, ਜਿਵੇਂ ਸਾਡੇ ਸ਼ੋਅ ਦਾ ਨਾਮ ਹੀ ਹੈ ਨਵਜੇ ਪੰਜਾਬ ਜੀ ਜੀ, ਹਾਂਜੀ ਹਾਂਜੀ, ਤੇ ਅਸੀਂ ਪੰਜਾਬ ਦੀ ਸਿਆਸੀ ਨਬਜ਼ ਤੇ ਰਮਜ਼ ਦੀ ਗੱਲ ਕਰਾਂਗੇ ਜੀ। ਜੀ ਜੀ, ਹਾਂਜੀ ਹਾਂਜੀ, ਸਿੱਧੀ ਨਾ ਗੱਲ ਇੱਧਰ ਦੀ ਤੇ ਨਾ ਉੱਧਰ ਦੀ। ਠੀਕ ਆ ਜੀ, ਬਿਲਕੁਲ। ਤੇ ਸਾਡੇ ਜਿਹੜੇ ਭਖਦੇ ਮਸਲੇ ਨੇ ਪੰਜਾਬ ਦੇ, ਕਿਸਾਨੀ ਹੈ, ਜਿਹਦੇ ਕਰਕੇ ਅਸੀਂ ਕੇਂਦਰ ਸਰਕਾਰ ਨਾਲ ਪੇਚਾ ਪਿਆ ਹੋਇਆ ਪੰਜਾਬ ਦੇ ਕਿਸਾਨਾਂ ਦਾ। ਜੀ ਜੀ, ਤੇ ਉਹਦੇ ਉੱਤੇ ਸ਼ੁਰੂਆਤ ਕਰਦੇ ਹਾਂ। ਹਾਂਜੀ ਸੇਖੋਂ ਸਾਹਿਬ, ਕਿਸਾਨੀ ਅੰਦੋਲਨ ਹੁਣ ਤੱਕ ਕਿੰਨੇ ਸੰਘਰਸ਼ਮਈ ਪੜਾਵਾਂ 'ਚੋਂ ਲੰਘ ਕੇ ਜੀ ਹੁਣ ਉਹਦੀ ਕੀ ਸਥਿਤੀ ਆ? ਤੁਸੀਂ ਕੀ ਇਹਦੇ ਬਾਰੇ ਮਹਿਸੂਸ ਕਰਦੇ ਹੋ ਵੀ ਕਿੱਥੇ ਪਹੁੰਚਿਆ ਹੁਣ ਤੱਕ? ਮਾਨਸ਼ਈਆ, ਤੁਸੀਂ ਗੱਲ ਕੀਤੀ ਹੈ ਨਾ ਵੀ ਪੰਜਾਬ ਦੀ ਜਿਹੜਾ ਮੌਜੂਦਾ ਰਾਜਨੀਤਿਕ ਮਾਹੌਲ ਆ, ਇੱਥੋਂ ਦਾ ਆਰਥਿਕ ਆ, ਸਮਾਜਿਕ ਆ, ਜਾਂ ਸਾਡਾ ਪੰਜਾਬ ਨਾਲ ਕਿਸਾਨੀ ਅੰਦੋਲਨ ਦੇ ਦੌਰਾਨ ਜਾਂ ਦੂਜੀਆਂ ਸਟੇਟਾਂ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਬਣੇ ਨੇ ਪਿਛਲੇ 6 ਮਹੀਨਿਆਂ ਦੇ ਦੌਰਾਨ, ਹੈ ਨਾ। ਇਹਨਾਂ ਦਾ ਜੇਕਰ ਇਹਨਾਂ ਦੇ ਉੱਤੇ ਅਧਿਐਨ ਕਰਨਾ ਹੋਵੇ ਨਾ ਮਾਨਸ਼ਈਆ, ਤਾਂ ਇਹਨਾਂ ਦੇ ਉੱਤੇ ਕਿਤਾਬਾਂ ਹੀ ਲਿਖੀਆਂ ਜਾ ਸਕਦੀਆਂ ਨੇ। ਮੈਂ ਕਹਾਂਗਾ ਵੀ ਪੰਜਾਬ ਤੇ ਹਰਿਆਣਾ ਦੇ ਕੀ ਰਿਲੇਸ਼ਨ ਨੇ, ਕਿਵੇਂ ਦਿੱਲੀ ਜਿਹੜੇ ਬਾਰਡਰ ਨੇ ਦਿੱਲੀ ਦੇ, ਉੱਥੇ ਆਪਣੇ ਆਪ ਦੇ ਵਿੱਚ ਇੱਕ ਨਵਾਂ ਕਿਸਮ ਦਾ ਸੰਸਾਰ ਕਹਿ ਲਓ, ਦੁਨੀਆ ਕਹਿ ਲਓ, ਪਿੰਡ ਵਸ ਗਏ, ਹੈ ਨਾ, ਜਾਂ ਸ਼ਹਿਰ ਵਸ ਗਏ। ਅਤੇ ਉਹਨਾਂ ਦੇ ਉੱਤੇ ਤਾਂ ਇੱਕ ਨਵੀਂ ਖੋਜ ਹੋਣੀ ਆ, ਪੜ੍ਹਾਈ ਹੋਣੀ ਆ। ਅਤੇ ਇਸ ਜਿਹੜਾ ਮੌਜੂਦਾ ਜਿਹੜਾ ਹੁਣ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਨਾ ਮਾਨਸ਼ਈਆ ਅੱਜ ਕੱਲ੍ਹ, ਜੀ ਹੁਣ ਤੁਸੀਂ 1966 ਵਾਲੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ, ਹੈ ਨਾ। ਅਤੇ 1966 ਵਾਲਾ ਪੰਜਾਬ ਕਿਤੇ ਨਾ ਕਿਤੇ ਹਾਸ਼ੀਏ 'ਤੇ ਚਲਿਆ ਗਿਆ। ਮੈਂ ਕਹਾਂਗਾ ਅੱਜ ਮਹਾ ਪੰਜਾਬ ਦੀ ਗੱਲ ਮੁੜ ਉੱਭਰੀ ਹੈਗੀ ਆ। ਅਤੇ ਜਿਵੇਂ ਹਰਿਆਣਾ ਇਹ ਗੱਲ ਕਹਿੰਦਾ ਵੀ ਪੰਜਾਬ ਮੇਰਾ ਵੱਡਾ ਭਾਈ ਆ, ਹੈ ਨਾ, ਇਹ ਨਾਅਰੇ ਅਕਸਰ ਹੀ ਲੱਗਦੇ ਨੇ। ਅਤੇ ਅਸੀਂ ਉੱਥੇ ਜਦੋਂ ਟਿਕਰੀ ਬਾਰਡਰ 'ਤੇ ਜਾਓਗੇ, ਸਿੰਘੂ ਬਾਰਡਰ 'ਤੇ ਜਾਓਗੇ, ਤਾਂ ਉੱਥੇ ਜਿਸ ਤਰ੍ਹਾਂ ਦਾ ਪੰਜਾਬੀਆਂ ਅਤੇ ਹਰਿਆਣਿਆਂ ਦੀ ਏਕਤਾ, ਜਿਵੇਂ ਉਹਨਾਂ ਦੀ ਭਾਈਚਾਰਕ ਸਾਂਝ ਆ, ਜਿਵੇਂ ਉਹ ਇੱਕ ਦੂਜੇ ਨੂੰ ਇਹ ਗੱਲ ਕਹਿੰਦੇ ਨੇ ਵੀ ਅਸੀਂ ਅੰਦੋਲਨ ਦੇ ਵਿੱਚ ਅਸੀਂ 2 ਸਟੈਪਸ ਉੱਥੋਂ ਕੀ ਹੋਵਾਂਗੇ, ਅੱਗੇ ਹੋਵਾਂਗੇ। ਜੀ, ਹਿਮਾਚਲ ਵੀ ਆ ਕੇ ਨਾਲ ਖੜ੍ਹ ਗਿਆ, ਹੈ ਨਾ, ਜੰਮੂ ਕਸ਼ਮੀਰ ਵੀ ਆ ਕੇ ਨਾਲ ਖੜ੍ਹ ਗਿਆ, ਰਾਜਸਥਾਨ ਦੇ ਲੋਕ ਵੀ ਜਿਹੜੇ ਹੈਗੇ ਨੇ। ਤੁਸੀਂ ਕਿਸਾਨੀ ਦੇਖੋ ਨਾ, ਕਿਸਾਨੀ ਆਪਣੇ ਆਪ ਦੇ ਵਿੱਚ ਸਾਰੀਆਂ ਰਾਜਨੀਤੀਆਂ ਤੋਂ, ਸਾਰੀਆਂ ਪਾਰਟੀਆਂ ਤੋਂ ਦੇਸ਼ ਦੇ ਵਿੱਚ, ਅਤੇ ਸਾਰੀਆਂ ਜਿਹੜੇ ਧਰਮਾਂ ਤੋਂ, ਮੈਂ ਕਹਾਂਗਾ ਕਿਸਾਨੀ ਇਸ ਵੇਲੇ ਸਭ ਤੋਂ ਵੱਡਾ ਧਰਮ ਬਣ ਗਈ ਭਾਰਤ ਦਾ। ਜੀ, ਤੁਸੀਂ ਦੇਖੋ ਵੀ ਪਿਛਲੇ 1 ਮਹੀਨੇ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ, ਹੈ ਨਾ, ਤੁਸੀਂ ਚਰਚਾ ਦੀ ਗੱਲ ਕਰਦੇ ਹੋ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਪੂਰੇ ਉੱਤਰੀ ਭਾਰਤ ਦੇ ਵਿੱਚ ਗੱਲ ਕਰ ਲਈਏ, ਪੰਜਾਬ ਦੇ ਵਿੱਚ ਤਾਂ ਪਹਿਲੀ ਕਿਸਾਨੀ ਅੰਦੋਲਨ ਦੀਆਂ ਜੜ੍ਹਾਂ ਕੀ ਸੀਆਂ, ਬਹੁਤ
ਡੂੰਘੀਆਂ ਸੀ ਜੀ ਸ਼ੁਰੂ ਤੋਂ। ਤੇ ਪੰਜਾਬ ਦੇ ਕਿਸਾਨੀ ਅੰਦੋਲਨ ਨੇ ਪਹਿਲੀ ਇੱਥੋਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਜੜ੍ਹਾਂ ਕੀ ਕਰ ਦਿੱਤੀਆਂ, ਪੱਟ ਦਿੱਤੀਆਂ। ਅੱਜ ਕੋਈ ਵੀ ਪਾਰਟੀ ਕਿਸੇ ਪਿੰਡ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਨਹੀਂ ਕਰ ਸਕਦੀ, ਵਿਧਾਨ ਸਭਾ ਲੈਵਲ ਤੇ ਕੋਈ ਪ੍ਰੋਗਰਾਮ ਨਹੀਂ ਕਰ ਸਕਦੀ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਤਾਂ ਇੱਕੋ ਹੀ ਝੰਡਾ ਝੁਲਦਾ, ਇੱਕੋ ਹੀ ਜਿਹੜੀ ਹੈਗੀ ਆ ਗੱਲ ਹੁੰਦੀ ਹੈ, ਇੱਕੋ ਹੀ ਚਰਚਾ ਹੁੰਦੀ ਹੈ ਸੱਥਾਂ ਦੇ ਵਿੱਚ ਕਿਹਦੀ ਆ, ਉਹ ਕਿਸਾਨੀ ਅੰਦੋਲਨ ਦੀ। ਤੇ ਕਿਸਾਨੀ ਅੰਦੋਲਨ ਤੋਂ ਧੱਕੇ ਹੋਏ ਜਿਹੜੇ ਰਾਜਸੀ ਪਾਰਟੀਆਂ ਨੇ, ਜਦੋਂ ਉਹਨਾਂ ਨੂੰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਗਲੀਆਂ ਦੇ ਵਿੱਚ ਪ੍ਰੋਗਰਾਮ ਕਰਨ ਦੀ ਜਿਹੜੀ ਮੌਕਾ ਨਾ ਮਿਲਿਆ, ਤਾਂ ਉਹਨਾਂ ਨੂੰ ਮਜਬੂਰ ਨਾ ਕੀ ਆ, ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਆ ਕੇ ਅਕਾਲੀ ਦਲ ਵੀ ਇੱਥੇ ਰੈਲੀਆਂ ਕਰਦਾ, ਆਪਣਾ ਰੋਸ ਮੁਜ਼ਾਹਰਾ ਕਰਦਾ, ਧਰਨਾ ਦਿੰਦਾ, ਹੈ ਨਾ ਜੀ। ਤੇ ਅਸੀਂ ਦੇਖਿਆ ਵੀ ਆਮ ਆਦਮੀ ਪਾਰਟੀ ਵੀ ਇੱਥੇ ਰੈਲੀ ਕਰ ਰਹੀ ਆ, ਤੇ ਕਾਂਗਰਸ ਪਾਰਟੀ ਜਿਹੜੀ ਸੱਤਾਧਾਰੀ ਧਿਰ ਜੀ, ਉਹਨਾਂ ਨੂੰ ਵੀ ਚੰਡੀਗੜ੍ਹ ਦੀਆਂ ਸੜਕਾਂ ਦੀ ਓਟ ਆਸਰਾ ਲੈਣਾ ਪੈ ਰਿਹਾ। ਤੇ ਪੰਜਾਬ ਤੋਂ ਬਾਅਦ ਹਰਿਆਣੇ ਦੀ ਪੋਜੀਸ਼ਨ ਦੇਖ ਲਓ, ਹੈ ਨਾ। ਹਰਿਆਣੇ ਦੇ ਨਾਲ ਹੁਣ ਉੱਤਰ ਪੱਛਮੀ ਯੂਪੀ ਜਿਹੜਾ ਹੈਗਾ, ਜਿੱਥੇ ਕਿ ਭਾਜਪਾ ਦਾ ਬਹੁਤ ਵੱਡਾ ਬੋਲਬਾਲਾ ਸੀ ਜੀ। ਤੇ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਜਿਹੜੀਆਂ ਹੈਗੀਆਂ ਸੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਜਦੋਂ ਉੱਥੇ ਹੁੰਦੀਆਂ ਨੇ, ਜਦੋਂ 14 'ਚ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ, 19 'ਚ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ, ਤੇ ਯੂਪੀ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਨਾ, ਉੱਤਰ ਪੱਛਮੀ ਯੂਪੀ ਦੇ ਵਿੱਚੋਂ ਜਿਹੜਾ ਭਾਜਪਾ ਨੂੰ ਬਹੁਤ ਵੱਡਾ ਵੋਟ ਬੈਂਕ ਮਿਲਦਾ। ਉੱਥੇ ਤੁਹਾਨੂੰ ਯਾਦ ਹੋਵੇਗਾ ਮਨਸ਼ਈਆ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਹੁਣ ਜਿਹੜੀਆਂ ਜਿਸ ਟਰਮ ਦੇ ਵਿੱਚ ਮੁੱਖ ਮੰਤਰੀ ਆਦਿੱਤਿਆਨਾਥ ਜੋਗੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ, ਉਸ ਤੋਂ ਪਹਿਲਾਂ ਮੁਜ਼ੱਫਰਨਗਰ ਜ਼ਿਲ੍ਹੇ ਦੇ ਵਿੱਚ ਦੰਗੇ ਹੋਏ ਸੀ ਜੀ। ਉਹ ਦੰਗਿਆਂ ਨੇ ਸਮੁੱਚੀ ਉੱਤਰ ਪੱਛਮੀ ਦਾ ਜਿਹੜਾ ਵੋਟਰ ਸੀ ਉਹਨਾਂ ਦਾ ਧਰੁਵੀਕਰਨ ਕਰ ਦਿੱਤਾ ਸੀ। ਹਿੰਦੂ ਵੋਟ ਇੱਕ ਪਾਸੇ ਇਕੱਠੀ ਹੋ ਗਈ ਸੀ ਤੇ ਮੁਸਲਮਾਨ ਲੋਕ ਇੱਕ ਪਾਸੇ ਚਲੇ ਗਏ ਸੀ। ਹੁਣ ਪਰ ਕਿਸਾਨ ਅੰਦੋਲਨ ਨੇ ਫਿਰ ਜਿਹੜੇ ਪੁਰਾਣੇ ਭਾਈਚਾਰੇ ਦੇ ਵਿੱਚ ਸਾਰੇ ਵੋਟਰਾਂ ਨੂੰ ਇਕੱਠਾ ਕਰ ਦਿੱਤਾ। ਹੁਣ ਜਿਹੜੀਆਂ ਉੱਥੇ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਉੱਥੇ ਉਹਨਾਂ ਮਹਾਂ ਪੰਚਾਇਤਾਂ ਦੇ ਵਿੱਚ ਜਾਟ ਵੀ ਆ ਰਹੇ ਨੇ, ਦਲਿਤ ਵੀ ਆ ਰਹੇ ਨੇ, ਤੇ ਵੱਡੀ ਗਿਣਤੀ ਦੇ ਵਿੱਚ ਕੀ ਹੈ, ਮੁਸਲਮਾਨ ਵੀ ਆ ਰਹੇ ਨੇ। ਤੇ ਜਿਹੜਾ ਬੀਜੇਪੀ ਦਾ ਕੇਡਰ ਆ, ਹੁਣ ਇਕੱਲਾ ਕੇਡਰ ਜਿਹੜਾ ਹੈਗਾ ਬੀਜੇਪੀ ਕੋਲੇ ਨਜ਼ਰ ਆਉਂਦਾ ਹੈਗਾ ਯੂਪੀ ਦੇ ਵਿੱਚ ਜੀ। ਇਸ ਖਿੱਤੇ ਦੀ ਜਿਹੜੀ ਪੋਲੀਟਿਕਸ ਆ ਜੀ, ਉਹ ਪੰਜਾਬ, ਮੈਂ ਗੱਲ ਕਹਾਂਗਾ ਪੰਜਾਬ ਨੂੰ ਨਾ ਹੁਣ ਹਰਿਆਣਾ ਪ੍ਰਭਾਵਿਤ ਕਰ ਰਿਹਾ, ਨਾ ਯੂਪੀ ਪ੍ਰਭਾਵਿਤ ਕਰ ਰਿਹਾ, ਇੱਥੋਂ ਤੱਕ ਕਿ ਪੰਜਾਬ ਨੂੰ ਦਿੱਲੀ ਦੀ ਪੋਲੀਟਿਕਸ ਵੀ ਨਹੀਂ ਪ੍ਰਭਾਵਿਤ ਕਰ ਰਹੀ ਜੀ। ਉਲਟਿਆ ਪੰਜਾਬ ਕੀ ਹੈ, ਸਾਰਿਆਂ ਨੂੰ ਪ੍ਰਭਾਵਿਤ ਕਰਦਾ। ਹਰਿਆਣੇ ਪਹਿਲਾਂ ਇਹਨਾਂ ਨੇ ਪੰਜਾਬ ਵਾਲਿਆਂ ਨੇ ਘੇਰਨਾ ਸ਼ੁਰੂ ਕੀਤਾ ਬੀਜੇਪੀ ਨੂੰ ਜੀ, ਤੇ ਫਿਰ ਹਰਿਆਣਾ ਨੇ ਸ਼ੁਰੂ ਕਰ ਦਿੱਤਾ, ਹੁਣ ਯੂਪੀ ਵਾਲਿਆਂ ਨੇ ਸ਼ੁਰੂ ਕਰ ਦਿੱਤਾ, ਹੈ ਨਾ। ਪੂਰੇ ਭਾਰਤ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬੀਜੇਪੀ ਦੇ ਜਿਹੜੇ ਲੀਡਰ ਨੇ, ਇਹਨਾਂ ਦੇ ਮੰਤਰੀ ਨੇ, ਇਹਨਾਂ ਦੇ ਵਿਧਾਇਕ ਨੇ, ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੀ ਹਰ ਥਾਵੇਂ ਕੀ ਹੋ ਰਹੀ ਹੈ, ਜਵਾਬਦੇਹੀ ਹੋ ਰਹੀ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ। ਪੰਜਾਬ ਜਿਹੜਾ ਹੈਗਾ ਇੱਕ ਜ਼ਰਖੇਜ਼ ਜ਼ਮੀਨ ਆ ਹਰ ਪੱਖੋਂ, ਮੈਂ ਕਹਾਂਗਾ। ਜੇ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਹੋ ਮਨਸ਼ਈਆ, ਤਾਂ ਇੱਥੇ ਇੱਕ ਕਹਾਵਤ ਆ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਸਿੱਖੋ ਸਾਹਿਬ, ਜਿਸ ਤਰ੍ਹਾਂ ਤੁਸੀਂ ਸਾਰਾ ਸੰਖੇਪ ਦੇ ਵਿੱਚ ਇਹਦਾ ਨਿਚੋੜ ਕੱਢਿਆ ਜੀ, ਚਾਹੇ ਉਹ ਆਪਾਂ ਇਤਿਹਾਸ ਦੀ ਗੱਲ ਕਰੀਏ, ਕੋਈ ਵੀ ਜਦੋਂ ਸ਼ੁਰੂਆਤ ਹੁੰਦੀ ਹੈ ਕਿਸੇ ਮੂਵਮੈਂਟ ਦੀ, ਤਾਂ ਜ਼ਿਆਦਾਤਰ ਪੰਜਾਬੀ ਮੂਹਰੇ ਰਹੇ ਨੇ ਹਰੇਕ ਮੂਵਮੈਂਟ ਦੇ ਵਿੱਚ। ਤੇ ਸ਼ੁਰੂਆਤ ਦੇ ਵਿੱਚ ਜਾਗ, ਇਸ ਵਾਰੀ ਵੀ ਕਿਸਾਨ ਅੰਦੋਲਨ ਜੇ ਦੇਸ਼ ਭਰ ਦਾ ਅੰਦੋਲਨ ਬਣਿਆ, ਤਾਂ ਉਹਦੀ ਜਾਗ ਹੈ ਉਹ ਪੰਜਾਬੀਆਂ ਨੇ ਲਾਈ ਹੈ, ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤੇ ਸਿੱਖੋ ਸਾਹਿਬ, ਇਹਦੇ ਨਾਲ ਹੀ ਜਿੱਦਾਂ ਪੰਜਾਬ ਦੀ ਸਿਆਸਤ ਵੀ ਜੁੜੀ ਹੋਈ ਹੈ। 2022 ਦੀਆਂ ਚੋਣਾਂ ਦਾ ਪਿੜ ਪੂਰੀ ਤਰ੍ਹਾਂ ਵੱਧ ਚੁੱਕਿਆ ਤੇ ਨਵੇਂ ਰਣਨੀਤੀ ਘਾੜੇ ਵੀ ਹੁਣ ਆਪਣੇ ਸੁਪਨਿਆਂ ਦੇ ਮਦਾਰੀ ਕਹੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਵਰਗੇ ਦੁਬਾਰੇ ਫਿਰ ਪੰਜਾਬ ਵੱਲ ਕੂਚ ਕਰ ਰਹੇ ਨੇ। ਸਿਆਸੀ ਪਾਰਟੀਆਂ ਬੌਧਿਕ ਪੱਧਰ ਦੇ ਉੱਤੇ, ਜੇ ਆਪਾਂ ਗੱਲ ਕਰੀਏ ਸਿਆਸੀ ਪੱਧਰ ਦੇ ਉੱਤੇ, ਇੰਨੀਆਂ ਕਮਜ਼ੋਰ ਹੋ ਗਈਆਂ ਨੇ ਕਿ ਉਹਨਾਂ ਨੂੰ ਰਣਨੀਤੀ ਘਾੜਿਆਂ ਦੀ ਜਿਹੜੇ ਕਿ ਬਾਹਰੋਂ ਲਿਆ ਕੇ ਉਹਨਾਂ ਨੂੰ ਲਾਉਣੇ ਪੈ ਰਹੇ ਨੇ, ਕਿ ਉਹਨਾਂ ਕੋਲੇ ਆਪਣੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਲੋਕਾਂ ਦੀਆਂ ਮਤਲਬ ਉਮੀਦਾਂ ਤੇ ਖਰੇ ਉਤਰਨ ਦੇ ਨਾ ਕਾਰਨ ਕਰਕੇ ਇਹ ਕੁਝ ਹੋਣਾ ਪੈ ਰਿਹਾ। ਸਮਝਦੇ ਹੋ? ਸਹੀ ਹੈ ਜੀ। ਮੈਂ ਇਹ ਗੱਲ ਕਹਾਂਗਾ ਜੀ ਵੀ ਹੁਣ ਜਿਹੜੀਆਂ ਚੋਣਾਂ ਨੇ ਜੀ, ਚੋਣਾਂ ਜਿਹਦਾ ਵੇਸ ਲੋਕਤੰਤਰ ਦਾ ਵੇਸ ਚੋਣਾਂ ਨੇ, ਬਿਲਕੁਲ ਜੀ, ਹੈ ਨਾ। ਦੇਸ਼ ਦੇ ਵਿੱਚ ਜਦੋਂ ਅਸੀਂ 1947 ਤੋਂ ਬਾਅਦ ਅਸੀਂ ਆਜ਼ਾਦ ਹੁੰਦੇ ਹਾਂ, ਤਾਂ ਸਾਡੇ ਕੋਲ ਸਾਰੀਆਂ ਹੀ ਪਾਰਟੀਆਂ ਕੋਲ ਕੱਦਵਰ ਨੇਤਾ ਸਾਨੂੰ ਨਜ਼ਰ ਆਉਂਦੇ ਨੇ, ਚਾਹੇ ਕਾਂਗਰਸ ਆ, ਚਾਹੇ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਨੇ, ਚਾਹੇ ਸਵਾਈ ਪਾਰਟੀਆਂ ਨੇ। ਤਾਂ ਉੱਥੇ ਇੱਕ ਕੱਦਵਰ ਨੇਤਾ ਹੁੰਦੇ ਨੇ, ਉਹਨਾਂ ਨੇਤਾਵਾਂ ਦਾ ਪਿਛੋਕੜ ਕਿਤੇ ਨਾ ਕਿਤੇ ਆਜ਼ਾਦੀ ਦੀ ਮੂਵਮੈਂਟ ਨਾਲ ਜੁੜਿਆ ਹੋਇਆ ਹੈਗਾ। ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਵੀ ਨਜ਼ਰ ਆਉਂਦੀ ਆ। ਉਹ ਚਾਹੁੰਦੇ ਸੀ ਵੀ ਸਾਡਾ ਦੇਸ਼ ਤਰੱਕੀ ਕਰੇ, ਸਾਡਾ ਦੇਸ਼ ਪੱਛਮ ਦੇ ਮੁਕਾਬਲੇ, ਯੂਰਪ ਦੇ ਮੁਕਾਬਲੇ, ਉੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਦੇ ਮੁਕਾਬਲੇ, ਉੱਥੋਂ ਦੀ ਜੋ ਉੱਥੇ ਐਜੂਕੇਸ਼ਨ ਪ੍ਰਬੰਧ ਆ, ਹੈਲਥ ਪ੍ਰਬੰਧ ਆ, ਸਮਾਜਿਕ ਪ੍ਰਬੰਧ ਆ, ਉੱਥੇ ਦਾ ਜੋ ਟਰਾਂਸਪੋਰਟ ਪ੍ਰਬੰਧ ਆ, ਉਹ ਸਾਡੇ ਦੇਸ਼ ਦੇ ਵਿੱਚ ਵੀ ਹੋਣਾ ਚਾਹੀਦਾ ਜੀ। ਪਰ ਹੁਣ ਦਾ ਜਿਹੜੀ ਅੱਜ ਦੀ ਪੋਲੀਟਿਕਸ ਜਿਹੜੀ ਹੈਗੀ ਆ, ਹੁਣ ਜਿਹੜੀ ਅਗਲੀ ਪੀੜ੍ਹੀ ਆ ਗਈ ਮਨਸ਼ਈਆ,
ਜੀ ਰਾਜਨੀਤੀ ਦੇ ਵਿੱਚ ਜਿਹੜੀ ਹੁਣ ਜਿਸ ਕਿਸਮ ਦੀ ਹੁਣ ਜਨਰੇਸ਼ਨ ਆ ਗਈ, ਜਿਸ ਕਿਸਮ ਦੇ ਹੁਣ ਕਿਰਦਾਰ ਨੇ ਜਿਹੜੇ ਰਾਜਨੀਤੀ ਦੇ ਖੇਤਰ ਦੇ ਵਿੱਚ ਜਿਹੜੇ ਦਾਖਲ ਹੋ ਰਹੇ ਨੇ, ਬਿਲਕੁਲ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਸਾਨੂੰ ਨਜ਼ਰ ਨਹੀਂ ਆਉਂਦੀ। ਉਹਨਾਂ ਦੇ ਅੰਦਰ ਆਪਣੇ ਦੇਸ਼ ਨੂੰ ਇੱਕ ਬਿਲਡ ਕਰਨ ਦੇ ਵਿੱਚ, ਆਪਣੀ ਕੌਮ ਨੂੰ ਬਿਲਡ ਕਰਨ ਦੇ ਵਿੱਚ, ਆਪਣੇ ਸਮਾਜ ਨੂੰ, ਆਪਣੇ ਪਿੰਡ ਨੂੰ, ਆਪਣੇ ਰਾਜ ਨੂੰ ਬਿਲਡ ਕਰਨ ਦੇ ਵਿੱਚ ਕਿਤੇ ਵੀ ਸਾਨੂੰ ਉਹ ਭਾਵਨਾ ਨਜ਼ਰ ਨਹੀਂ ਆਉਂਦੀ, ਉਹ ਦਰਦ ਨਹੀਂ ਨਜ਼ਰ ਆਉਂਦਾ ਵੀ ਅਸੀਂ ਯਾਰ ਇਹ ਸਾਡਾ ਪੰਜਾਬ ਆ, ਇਹ ਸਾਡਾ ਭਾਰਤ ਆ, ਤੇ ਇਸ ਨੂੰ ਅਸੀਂ ਹਰ ਪੱਖੋਂ ਜਿਹੜਾ ਹੈਗਾ ਬਿਹਤਰ ਬਣਾਉਣਾ। ਹੁਣ ਬੰਦਾ ਨਿੱਜ ਤੇ ਕੇਂਦਰਿਤ ਹੋ ਗਿਆ ਹੈ ਨਾ। ਅੱਜ ਦੀ ਜੇ ਤੁਸੀਂ ਪੋਲਿਟਿਕਸ ਦੇਖੋਗੇ, ਅੱਜ ਦੀ ਰਾਜਨੀਤੀ ਦੇਖੋਗੇ, ਚਾਹੇ ਤੁਸੀਂ ਪੰਜਾਬ ਦੀ ਰਾਜਨੀਤੀ ਦੇਖ ਲਓ, ਚਾਹੇ ਦੇਸ਼ ਦੀ ਰਾਜਨੀਤੀ ਦੇਖ ਲਓ ਜੀ, ਤਾਂ ਇਹਦੇ ਵਿੱਚੋਂ ਜਿਹੜੇ ਵੱਡੇ ਕਿਰਦਾਰ ਸੀ ਜੀ, ਸਿਆਸੀ ਕਿਰਦਾਰ, ਜਿਹੜੇ ਕੱਦਵਰ ਕਿਰਦਾਰ ਸੀ, ਉਹ ਹੌਲੀ ਹੌਲੀ ਕੀ ਚਲੇ ਗਏ, ਜਦ ਤਾਂ ਦੁਨੀਆ ਤੋਂ ਚਲੇ ਗਏ ਉਮਰ ਦੇ ਹਿਸਾਬ ਦੇ ਨਾਲ, ਹੈ ਨਾ, ਤਾਂ ਜਾਂ ਹੌਲੀ ਹੌਲੀ ਕੀ ਹਾਸ਼ੀਏ ਤੇ ਚਲੇ ਗਏ ਜੀ। ਰਣਨੀਤੀ ਘਾੜਿਆਂ ਦੀ ਕਿਉਂ ਲੋੜ ਪਈ ਆ, ਹੈ ਨਾ, ਤੁਸੀਂ ਇਹ ਗੱਲ ਕੀਤੀ ਆ। ਪ੍ਰਸ਼ਾਂਤ ਕਿਸ਼ੋਰ ਉਰੇ ਆ ਗਿਆ। ਹੁਣ ਰਾਜਨੀਤੀ ਜਾਂ ਸਰਕਾਰ ਆ ਜੀ, ਉਹ ਲੋਕਾਂ ਦੇ ਮੁੱਦਿਆਂ ਦੇ ਆਧਾਰ ਦੇ ਉੱਤੇ ਨਾ ਤਾਂ ਚੋਣ ਜਿੱਤਦੇ ਆ, ਬਿਲਕੁਲ ਠੀਕ ਹੈ ਜੀ, ਤੇ ਨਾ ਉਹ ਰਾਜ ਕਰਦੇ ਆ ਜੀ। ਜੇ ਹੁਣ ਆਪਾਂ ਰਾਜ ਕਰਨ ਦੀ ਗੱਲ ਕਰਦੀ ਹੈ, ਜੇ ਮੌਜੂਦਾ ਜਿਹੜੀ ਸਰਕਾਰ ਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ, ਮੰਨ ਸਕੀਏ ਇਹਨੂੰ ਕਦੇ ਵੀ ਪ੍ਰਸ਼ਾਂਤ ਕਿਸ਼ੋਰ ਦੀ ਲੋੜ ਨਹੀਂ ਪੈਣੀ ਸੀ ਜੇਕਰ ਇਹ ਲਗਾਤਾਰ 4 ਸਾਲ ਕੰਮ ਕਰਦੇ। ਅਸੀਂ ਪਿਛਲੇ 4 ਸਾਲਾਂ 'ਚ ਦੇਖਦੇ ਹਾਂ, 4 ਸਾਲਾਂ 'ਚ ਕੋਈ ਭਰਤੀ ਨਹੀਂ ਕੀਤੀ ਇਹਨਾਂ ਨੇ, ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ ਰੈਗੂਲਰ ਖੇਤਰ ਦੇ ਵਿੱਚ, ਹੈ ਨਾ। ਤੁਸੀਂ ਰਿਕਾਰਡ ਤੁਹਾਡੇ ਸਾਹਮਣੇ ਆ, ਭਾਵੇਂ ਕਿ ਵਿਧਾਨ ਸਭਾ ਦੇ ਵਿੱਚ ਰਾਜਪਾਲ ਦੇ ਭਾਸ਼ਣ ਦੇ ਦੌਰਾਨ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਵੀ ਅਸੀਂ 10 ਲੱਖ ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਤੇ ਗੈਰ ਸਰਕਾਰੀ ਖੇਤਰ ਦੇ ਵਿੱਚ, ਹੈ ਨਾ। ਪਰ ਉਹ ਜੇ ਤੁਸੀਂ ਜ਼ਮੀਨੀ ਪੱਧਰ ਤੇ ਜਾ ਕੇ ਦੇਖੋਗੇ, ਉਹਨਾਂ ਦਾ ਜਾ ਕੇ ਪਿੰਡਾਂ ਦਾ, ਸ਼ਹਿਰਾਂ ਦਾ, ਬੇਰੁਜ਼ਗਾਰਾਂ ਦਾ ਅਧਿਐਨ ਕਰੋਗੇ, ਤਾਂ ਉੱਥੇ ਉਹਨੂੰ ਜੇਕਰ ਕਿਸੇ ਨੇ ਭਰਤੀ ਵੀ ਕੀਤੀ ਆ ਉਹ, ਹੈ ਨਾ, ਤਾਂ ਉਹਨੂੰ ਤਨਖਾਹ ਕਿੰਨੀ ਮਿਲਦੀ ਹੈ, ਕਿਸੇ ਨੂੰ 7 ਮਿਲਦੀ ਹੈ, ਕਿਸੇ ਨੂੰ 8 ਮਿਲਦੀ ਹੈ, ਕਿਸੇ ਨੂੰ 12,000 ਮਿਲਦੀ ਹੈਗੀ ਇੰਨੇ ਪੜ੍ਹੇ ਲਿਖਿਆਂ ਨੂੰ। ਤੇ ਹੁਣ ਹੋਰ ਵਿਕਾਸ ਦੀ ਗੱਲ ਕਰ ਲਓ, ਵਿਕਾਸ ਵੀ ਸਾਰੀਆਂ, ਇਹ ਇਕੱਲਾ ਮੈਂ ਕਾਂਗਰਸ ਦੀ ਗੱਲ ਨਹੀਂ ਕਰਾਂਗਾ, ਇਹ ਇੱਕ ਕਲਚਰ ਬਣ ਚੁੱਕਿਆ ਜੀ ਰਾਜਨੀਤੀ ਦਾ, ਰਾਜਨੀਤਿਕ ਮਾਡਲ ਬਣ ਚੁੱਕਿਆ ਵੀ ਤੁਸੀਂ ਚੋਣਾਂ ਦੇ ਆਖਰੀ ਸਾਲ ਦੇ ਵਿੱਚ ਆ ਕੇ ਕੰਮ ਕਰੋ, ਰੁਜ਼ਗਾਰ ਦਿਓ, ਸਮੱਸਿਆਵਾਂ ਹੱਲ ਕਰੋ, ਜਾਂ ਕੁਝ ਟੈਂਪਰੇਰੀ ਯੋਜਨਾਵਾਂ ਨੇ ਜਿਹੜੀਆਂ ਮਨਾਂ ਨੂੰ ਲੁਭਾਉਂਦੀਆਂ ਨੇ, ਹੈ ਨਾ, ਉਹਨਾਂ ਨੂੰ ਤੁਸੀਂ ਲੋਕਾਂ ਸਾਹਮਣੇ ਪੇਸ਼ ਕਰੋ। ਜਿਵੇਂ ਆਟਾ ਦਾਲ ਵਾਲੀ ਸਕੀਮ ਵਾਲੇ ਕਾਰਡ ਲਿਆਂਦੇ, ਹੈ ਨਾ, ਜਾਂ ਪੈਨਸ਼ਨਾਂ ਲਾ ਦਿੱਤੀਆਂ, ਜਾਂ ਜਾਲੀ ਪੈਨਸ਼ਨ ਹੀ ਲਾ ਦਿੰਦੇ ਨੇ ਵੱਡੇ ਪੱਧਰ 'ਤੇ, ਵੀ ਜਿੰਨੇ ਫਾਰਮ ਭਰ ਦਿਓ ਤੁਸੀਂ। ਤੇ ਉਹ ਲਾਸਟ ਸਾਲ ਦੇ ਵਿੱਚ ਆ ਕੇ ਚੋਣਾਂ ਜਦੋਂ ਲੜਦੇ ਆ, ਤਾਂ ਉਸ ਵੇਲੇ ਫਿਰ ਜਿਹੜੇ ਰਣਨੀਤੀਕਾਰ ਹੁੰਦੇ ਨੇ, ਉਹਨਾਂ ਦੀ ਇਹਨਾਂ ਨੂੰ ਲੋੜ ਪੈਂਦੀ ਆ, ਕਿਉਂਕਿ ਇਹਨਾਂ ਦੇ ਆਪਦੇ ਜਿਹੜੇ ਨੇਤਾ ਹੁੰਦੇ ਨੇ, ਜੇਕਰ ਨੇਤਾ ਜ਼ਮੀਨ ਨਾਲ ਜੁੜੇ ਰਹਿਣਗੇ, ਸਰਕਾਰ ਉਹਨਾਂ ਨੂੰ ਮਤਲਬ ਲੋਕਾਂ ਦੇ ਵਿੱਚ ਵਿਚਰਨ ਦੇ ਮੌਕੇ ਦੇਵੇਗੀ, ਤਾਂ ਮੈਨੂੰ ਨਹੀਂ ਲੱਗਦਾ ਹੈਗਾ ਫਿਰ ਰਣਨੀਤੀਕਾਰਾਂ ਦੀ ਲੋੜ ਪੈਂਦੀ ਆ। ਤੇ ਹੁਣ ਅੱਜ ਕੱਲ੍ਹ ਜਿਹੜੀਆਂ ਪਾਵਰਾਂ ਨੇ ਉਹ ਸੈਂਟਰਲਾਈਜ਼ ਕੀਤੀਆਂ ਹੋਈਆਂ ਨੇ, ਕਿਸੇ MLA ਦੀ ਨਹੀਂ ਕੋਈ ਸੁਣਦਾ ਅਫਸਰ, ਕਿਸੇ ਮੰਤਰੀ ਦੀ ਨਹੀਂ ਕੋਈ ਸੁਣਦਾ, ਕਿਸੇ ਇੱਕ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਦੀ, ਜ਼ਿਲ੍ਹਾ ਪ੍ਰਧਾਨ ਦੀ ਨਹੀਂ ਕੋਈ ਸੁਣੀ ਜਾਂਦੀ ਹੈਗੀ। ਸਾਰੀਆਂ ਸਿਆਸੀ ਪਾਰਟੀਆਂ ਦਾ ਇਹੀ ਹਾਲ ਆ, ਤੇ ਸਾਰੀਆਂ ਪਾਵਰਾਂ ਜਿਹੜੀਆਂ ਹੁੰਦੀਆਂ ਨੇ ਉਹ ਮੁੱਖ ਮੰਤਰੀ ਦੇ ਪਰਿਵਾਰ ਕੋਲੇ ਹੁੰਦੀਆਂ ਨੇ, ਜਾਂ ਉਹਦੀ ਜੁੰਡਲੀ ਕੋਲੇ ਹੁੰਦੀਆਂ ਨੇ। ਤੇ ਜਿਹੜੇ ਆਪਣੀ ਇਹ ਪਾਰਟੀਆਂ ਦਾ ਦਿਖਾਂਤ ਆ, ਪਾਰਟੀਆਂ ਆਪਣੇ ਹੀ ਵਰਕਰਾਂ ਨੂੰ, ਆਪਣੇ ਹੀ ਲੀਡਰਾਂ ਨੂੰ ਕੀ ਹੋਣ ਦਿੰਦੀਆਂ, ਤਕੜਾ ਨਹੀਂ ਹੋਣ ਦਿੰਦੀਆਂ, ਵੀ ਤਾਂ ਕਿ ਕਿਤੇ ਉਹ ਸਾਡੇ ਲਈ ਕੀ ਨਾ ਬਣ ਜਾਣ, ਚੁਣੌਤੀ ਨਾ ਬਣ ਜਾਣ, ਸਾਡੇ ਲਈ ਬਗਾਵਤ ਦਾ ਕਿਤੇ ਝੰਡਾ ਬੁਲੰਦ ਕਰਕੇ ਸਾਨੂੰ ਹੀ ਜਿਹੜਾ ਹੈਗਾ ਉਹ ਚੋਣ ਖੇਤਰ ਦੇ ਵਿੱਚ ਸਾਡੇ ਲਈ ਸਾਹਮਣੇ ਨਾ ਕੇ ਖੜ ਜਾਣ। ਇਹ ਸਾਰਾ ਮਾਹੌਲ ਆ ਨਾ ਜਿਹੜਾ ਹੁਣ ਪ੍ਰਸ਼ਾਂਤ ਕਿਸ਼ੋਰ ਆ, ਅਸੀਂ ਇਹ ਕਹਿ ਸਕਦੇ ਵੀ ਅੱਜ ਦੀ ਜਿਹੜੀ ਚੋਣ ਆ ਇਹ ਮੁੱਦਿਆਂ ਤੋਂ ਖਿਸਕਦੀ ਜਾ ਰਹੀ ਆ ਜੀ, ਲੋਕ ਮੁੱਦਿਆਂ ਤੋਂ ਦੂਰ ਹੁੰਦੀ ਜਾ ਰਹੀ ਆ। ਇਹ ਟੈਕਨੀਕ ਦੀ ਚੋਣ ਬਣ ਗਈ, ਹੈ ਨਾ, ਇਹਨੂੰ ਆਪਾਂ ਕਹਿ ਸਕਦੇ ਹਾਂ ਸਟੈਟਿਕਲ, ਹੈ ਨਾ, ਆਈਟੀ ਦੀ ਹੋਗੀ, ਆਈਟੀ ਦੀ ਇਨਫੋਰਮੇਸ਼ਨ ਟੈਕਨੋਲੋਜੀ, ਸੂਚਨਾ, ਜਾਂ ਤੁਸੀਂ ਲੋਕਾਂ ਤੱਕ, ਜਾਂ ਇਹਨੂੰ ਇਹ ਵੀ ਕਹਿ ਸਕਦੇ ਵੀ ਇਹ ਮਾਈਂਡ ਮੈਨੇਜਮੈਂਟ ਦੀ ਚੋਣ ਅੱਜ। ਮਾਈਂਡ ਮੈਨੇਜਮੈਂਟ, ਬਿਲਕੁਲ ਤੁਸੀਂ ਠੀਕ ਹੈ। ਜਿਹੜੀ ਪਾਰਟੀ, ਜਿਹੜਾ ਗਰੁੱਪ ਲੋਕਾਂ ਦੇ ਮਾਈਂਡ ਨੂੰ ਮੈਨੇਜਮੈਂਟ ਕਰ ਗਿਆ, ਤੇ ਉਹ ਲੋਕਾਂ ਦੇ ਵਿੱਚ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਕੀ ਹੋ ਜਾਂਦਾ, ਸਫਲ ਹੋ ਜਾਂਦਾ ਹੈਗਾ। ਜੇਕਰ ਤੁਸੀਂ ਮਾਈਂਡ ਮੈਨੇਜਮੈਂਟ ਕਰਦੇ ਹੋ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਦੂਸਰੇ ਪਾਸੇ ਲੋਕਤੰਤਰ ਦਾ ਕੀ ਘੁੱਟ ਰਹੇ ਹੋ, ਗਲਾ ਘੁੱਟ ਰਹੇ ਹੋ। ਬਿਲਕੁਲ ਠੀਕ ਹੈ। ਮਾਈਂਡ ਮੈਨੇਜਮੈਂਟ ਨਹੀਂ ਕਰ ਰਹੇ, ਲੋਕਾਂ ਦੀ ਤੁਸੀਂ ਜਿਹੜੀ ਉਹਨਾਂ ਦੀ ਸੋਚਣ ਦੀ ਸ਼ਕਤੀ ਹੈ ਜਿਹੜੀ, ਉਹ ਆਪਣੇ ਪ੍ਰਚਾਰ ਸਾਧਨਾਂ ਦੇ ਰਾਹੀਂ, ਆਪਣੇ ਕੰਟੈਂਟ ਦੇ ਰਾਹੀਂ, ਆਪਣੀਆਂ ਯੋਜਨਾਵਾਂ ਦੇ ਰਾਹੀਂ ਉਹਨਾਂ ਦੀ ਸੋਚਣ ਦੀ ਸ਼ਕਤੀ ਨੂੰ ਕਿਤੇ ਨਾ ਕਿਤੇ ਤੁਸੀਂ ਡੰਗ ਮਾਰ ਰਹੇ ਹੋ, ਖੁੰਡਾ ਕਰ ਰਹੇ ਹੋ, ਮੈਂ ਕਹਾਂਗਾ। ਤੇ ਇਹ ਰਣਨੀਤੀ ਆ, ਇਹ ਜਿਹੜਾ ਚੋਣਾਂ ਲੜਨ ਦਾ ਤਰੀਕਾ ਜਿਹੜਾ ਇਹ ਅਲਟੀਮੇਟਲੀ ਇੱਕ ਦਿਨ ਜਿਹੜਾ ਹੈਗਾ ਲੋਕਾਂ ਦੇ ਖਿਲਾਫ ਹੀ ਭੁਗਤਦਾ। ਹੁਣ ਇਸੇ ਤਰ੍ਹਾਂ ਸੁੱਖੂ ਸਾਹਿਬ, ਤੁਹਾਡੀ ਗੱਲ ਮੈਂ ਵਿੱਚੋਂ ਰੋਕਾਂ, ਤੇ ਜਿਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰੀਏ ਆਪਾਂ, ਕਿ ਪਿਛਲੀਆਂ ਜਿਹੜੀਆਂ
2017 ਦੀਆਂ ਚੋਣਾਂ ਸੀਗੀਆਂ ਹਾਂਜੀ। ਵਿਧਾਨ ਸਭਾ ਦੀਆਂ ਪੰਜਾਬ ਦੀਆਂ, ਹਾਂਜੀ। ਵੱਡੇ ਵੱਡੇ ਸੁਪਨੇ ਦੀ ਜਿਹੜੀ ਪ੍ਰੈਜੈਂਟੇਸ਼ਨ ਸੀਗੀ ਹਾਂਜੀ ਹਾਂਜੀ ਲੋਕਾਂ ਸਾਹਮਣੇ ਦਿੱਤੀ ਗਈ ਤੇ ਉਹਦੇ ਲਈ ਕਾਂਗਰਸੀ ਵਰਕਰ ਵੀ, ਕਈ ਲੀਡਰ ਵੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਸੀਗੀ ਰਣਨੀਤੀ ਦਾ ਹਿੱਸਾ ਸੀ। ਜੀ। ਘਰ ਘਰ ਨੌਕਰੀ ਦੇਣ ਦਾ ਜਿਹੜਾ ਸੀਗਾ ਵਾਅਦਾ ਸੀ, ਹਾਂਜੀ। ਚਾਹੇ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਨੌਕਰੀਆਂ ਦਿੱਤੀਆਂ ਨੇ ਜਾਂ ਦੇ ਰਹੇ ਹਾਂ ਜਾਂ ਦੇਵਾਂਗੇ। ਅਸੀਂ ਉਹਨਾਂ ਨੇ ਕਿਹਾ ਵੀ ਅਸੀਂ ਹਰ ਕਿਸਮ ਦੇ ਜਿਹੜੇ ਕਰਜ਼ੇ ਨੇ ਕਿਸਾਨਾਂ ਦੇ ਜੀ। ਉਹ ਮਾਫ ਕਰਾਂਗਾ, ਹਨਾ। ਤੇ ਬਾਅਦ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਜਿਹੜਾ ਉਹਦਾ ਆਪੋਜ਼ਿਟ, ਮਤਲਬ ਆਪਾਂ ਕਹੀਏ ਦੂਜਾ ਪਹਿਲੂ ਸਾਹਮਣੇ ਆਉਂਦਾ ਸਿੱਕੇ ਦਾ, ਤੇ ਉਹਦੇ ਵਿੱਚ ਸੱਚਾਈ ਕਿਤੇ ਹੋਰ ਚਲੀ ਜਾਂਦੀ ਹੈ। ਹਾਂਜੀ। ਤੇ ਨਾ ਤਾਂ ਉਹ ਵਾਅਦੇ ਪੂਰੇ ਹੁੰਦੇ ਨੇ, ਜੀ। ਘਰ ਘਰ ਨੌਕਰੀ ਦਾ ਵਾਅਦਾ ਜਿਹੜਾ ਸੀਗਾ, ਜਿਹਦੇ ਕਿ ਪੰਜਾਬ ਦੇ ਯੂਥ ਨੂੰ ਵੱਡੀਆਂ ਉਮੀਦਾਂ ਸੀਗੀਆਂ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਛਵੀ ਬਣੀ ਹੋਈ ਆ ਪੰਜਾਬ ਦੇ ਵਿੱਚ, ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਤੇ ਉਹ ਕਰਨੀ ਤੇ ਕਹਿਣੀ ਦੇ ਪਰਪੱਕ ਮੰਨੇ ਜਾਂਦੇ ਸੀ 2017 ਤੋਂ। ਮਨ ਸਿੰਘ, ਮੈਂ ਇੱਕ ਗੱਲ ਤੁਹਾਡੇ ਧਿਆਨ ਚ ਲੈ ਦੇਣੀ ਚਾਹੁੰਦਾ ਇਹ ਜੀ। ਵੀ 2002 ਤੋਂ ਲੈ ਕੇ 2007 ਤੱਕ ਦਾ ਜਿਹੜਾ ਕੈਪਟਨ ਦਾ ਮੁੱਖ ਮੰਤਰੀ ਦਾ ਕਾਲ ਹੈ ਨਾ ਜੀ, ਉਦੋਂ ਉਹਨਾਂ ਨੇ ਕਈ ਅਹਿਮ ਫੈਸਲੇ ਲਿੱਤੇ ਸੀ। ਉਸੇ ਮੌਕੇ ਉਹਨਾਂ ਨੇ ਸਭ ਤੋਂ ਪਹਿਲਾਂ ਰਵੀ ਸਿੱਧੂ ਨੂੰ, ਜਿਹੜਾ ਕਿ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਸੀ, ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੂੰ ਅਰੈਸਟ ਕੀਤਾ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ। ਅਕਾਲੀ ਦਲ ਦਾ ਜਿਹੜਾ ਉਸ ਵੇਲੇ ਦਾ ਮੁੱਖ ਮੰਤਰੀ ਸੀ, ਹੈ ਨਾ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਕੈਪਟਨ ਨੇ, ਮਤਲਬ ਬਾਦਲ ਪਰਿਵਾਰ ਨੂੰ ਕਹਿ ਲਈਏ, ਬਾਦਲ ਪਰਿਵਾਰ ਨੂੰ ਅੰਦਰ ਕੀਤਾ। ਕਈ ਕਾਲੀਆਂ ਮੰਤਰੀਆਂ ਨੂੰ ਅੰਦਰ ਕੀਤਾ। ਫਿਰ ਪਾਣੀਆਂ, ਜਿਹੜਾ ਦਰਿਆਈ ਪਾਣੀਆਂ ਦਾ ਇੱਕ ਵਿਵਾਦਤ ਮੁੱਦਾ ਚੱਲਿਆ ਰਿਹਾ ਸੀ, ਉਸ ਦੇ ਜਿੰਨੇ ਸਮਝੌਤੇ ਸੀ, ਟ੍ਰਿਬਿਊਨਲ ਵਾਲੇ ਨੇ ਸਮਝੌਤੇ ਕੀਤੇ ਹੋਏ ਸੀ, ਉਹ ਵਿਧਾਨ ਸਭਾ ਵਿੱਚ ਇੱਕ ਬਿੱਲ ਲਿਆ ਕੇ ਉਹ ਸਾਰੇ ਸਮਝੌਤੇ ਕੀ ਕੀਤੇ, ਰੱਦ ਕੀਤੇ। ਇਸੇ ਕਰਕੇ ਉਸ ਵੇਲੇ ਇੱਕ ਛਵੀ ਸੀ, ਉਹ ਛਵੀ ਜਿਹੜੀ ਹੈਗੀ ਆ ਲੋਕਾਂ ਨੇ ਉਹਨਾਂ 2017 ਦੇ ਵਿੱਚ ਜੋ ਕੈਪਟਨ ਦਾ ਫੇਸ ਆਇਆ ਨਾ, ਤਾਂ ਲੋਕਾਂ ਨੇ ਉਸੇ ਛਵੀ ਨੂੰ ਦੇਖ ਕੇ ਵੋਟਾਂ ਪਾਈਆਂ ਸੀਆਂ। ਤੇ ਮੈਂ ਇਹ ਗੱਲ ਕਹਾਂਗਾ, ਇਹ ਅਕਸਰ ਚਰਚਾ ਹੈਗੀ ਆ ਵੀ ਕੈਪਟਨ ਦਾ ਇੱਕ ਧੜੱਲੇਦਾਰ ਲੀਡਰ ਮੰਨਿਆ ਜਾਂਦਾ ਸੀ, ਵੀ ਜੋ ਕੈਪਟਨ ਨੇ ਗੱਲ ਕਹਿਤੀ ਉਹ ਪੂਰੀ ਹੋਵੇਗੀ। ਪਰ ਜਿਹੜਾ ਉਹਨਾਂ ਦਾ ਕਾਰਜਕਾਲ ਆ, ਇਹ 2002 ਤੋਂ ਲੈ ਕੇ 2007 ਤੱਕ ਦੀ ਜਿਹੜੀ ਉਹਨਾਂ ਦੀ ਛਵੀ ਸੀ, ਜਿਹੜਾ ਉਹਨਾਂ ਦਾ ਕਿਰਦਾਰ ਸੀ, ਜਿਹੜਾ ਉਹਨਾਂ ਦਾ ਫੇਸ ਸੀ, ਪੋਲੀਟੀਕਲ ਫੇਸ ਸੀ ਜਿਹੜਾ ਉਹਨਾਂ ਦਾ, ਉਹ ਸਾਨੂੰ 2017 ਤੋਂ ਬਾਅਦ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਹੈਗਾ। ਨਾ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਕਿਸੇ ਨਤੀਜੇ ਤੇ ਪਹੁੰਚੇ ਹੈਗੇ ਨੇ। ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ, ਬਾਈਬਲ ਗੋਲੀ ਕਾਂਡ ਦੀਆਂ ਘਟਨਾਵਾਂ ਨੂੰ ਲੈ ਕੇ ਅਜੇ ਤੱਕ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਹੈਗੀ। 5 ਸਾਲ ਬੀਤਣ ਦੇ ਟਾਈਮ ਨੇੜੇ ਆ ਗਿਆ। ਤੇ ਨਾ ਹੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਨਾ, ਮੈਂ ਵਾਅਦਿਆਂ ਬਾਰੇ ਗੱਲ ਕਰਦਾ ਵੀ ਉਹਨਾਂ ਨੇ ਗੱਲ ਕੀਤੀ ਸੀ ਵੀ ਹਰ ਕਿਸਮ ਦਾ ਕਰਜ਼ਾ ਮਾਫ ਕਰਾਂਗੇ ਅਸੀਂ ਜੀ। ਪਰ ਜਿਹੜੀ ਵਿਧਾਨ ਸਭਾ ਦੇ ਵਿੱਚ ਫਿਗਰ ਆਈ ਆ, ਉਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਵੀ 4625 ਕਰੋੜ ਰੁਪਏ ਅਸੀਂ ਜਿਹੜਾ ਹੈਗਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ। ਜਿਹੜੀ ਫਿਗਰ ਦਿੱਤੀ ਹੈਗੀ 4625 ਕਰੋੜ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਪਰ 31 ਮਾਰਚ 2017 ਨੂੰ ਜਦੋਂ ਇਹ ਟੇਕ ਓਵਰ ਕਰਦੇ ਨੇ, ਸੱਤਾ ਨੂੰ ਟੇਕ ਓਵਰ ਕਰਦੇ ਆ, ਤਾਂ ਉਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ 70,000 ਕਰੋੜ ਰੁਪਇਆ ਕਰਜ਼ਾ ਸੀ। 70,000 ਜੇ ਅੱਜ ਤੁਸੀਂ ਉਹ ਕਰਜ਼ੇ ਨੂੰ ਜਾ ਕੇ ਉਹਦਾ ਅਧਿਐਨ ਕਰੋਗੇ, ਉਹਦੀਆਂ ਫਿਗਰਾਂ ਹਾਸਲ ਕਰੋਗੇ, ਲਗਭਗ ਉਹ 1 ਲੱਖ ਕਰੋੜ ਤੱਕ ਪਹੁੰਚ ਜਾਊਗਾ। 1 ਲੱਖ ਕਰੋੜ ਦੇ ਵਿੱਚੋਂ ਤੁਸੀਂ ਜੇਕਰ 4625 ਕਰੋੜ ਤੁਸੀਂ ਆਪ ਮੰਨਦੇ ਵੀ ਸੀ ਕਰਜ਼ਾ ਮਾਫ ਕੀਤਾ, ਤਾਂ ਫਿਰ ਕੀ ਮਾਫ ਕੀਤਾ? ਤੁਸੀਂ ਤਾਂ ਉਦੋਂ ਕਹਿੰਦੇ ਸੀ ਬੈਂਕਾਂ ਦਾ ਵੀ ਕਰਾਂਗੇ, ਆੜਤੀਆਂ ਦਾ ਵੀ ਕਰਾਂਗੇ, ਸ਼ਾਹੂਕਾਰਾਂ ਦਾ ਕਰਾਂਗੇ, ਕੋਆਪਰੇਟਿਵ ਬੈਂਕਾਂ ਦਾ ਕਰਾਂਗੇ, ਸੁਸਾਇਟੀਆਂ ਦਾ ਕਰਾਂਗੇ, ਹਰ ਕਿਸਮ ਦਾ ਜਿਹੜਾ ਕਰਜ਼ੇ ਤੋਂ ਮੁਕਤ ਕਰ ਦਾਂਗੇ। ਐਡੇ ਵੱਡੇ ਵਾਅਦੇ, ਇਹ ਇੱਕ ਤਾਂ ਇਹ ਵਾਅਦੇ ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਵਿਖਾਏ। ਮਤਲਬ ਇਹ ਸੁਪਨੇ ਦਿਖਾਉਣ ਵਾਲਾ ਮੁਦਾਰੀ ਸੀ। ਪੰਜਾਬੀ ਇਹ ਜੇ ਰਣਨੀਤੀ ਘਾੜਿਆਂ ਦੇ ਸੁਪਨਿਆਂ ਦੇ ਵਿੱਚ ਆ ਗਏ ਸੀ। ਹਾਂ, 17 ਦੇ ਵਿੱਚ ਆ ਗਏ ਸੀ। ਤੇ ਹੁਣ ਵੀ ਇਹ ਜੇਕਰ ਇਹਨੇ 4 ਸਾਲ ਕੰਮ ਕੀਤੇ ਹੁੰਦੇ ਹਨ, ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਗੈਰ ਪੰਜਾਬੀ ਬੰਦਾ, ਜਿਹਨੂੰ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਸਮਝ ਨਹੀਂ, ਪੰਜਾਬ ਦੀ ਭੂਮੀ ਦੀ ਸਮਝ ਨਹੀਂ, ਪੰਜਾਬ ਦੇ ਮਹਿਜ ਉਹਨੂੰ ਇੱਕ ਵੋਟਰਾਂ ਦਾ ਵਰਗੀਕਰਨ ਜਿਹੜਾ ਹੈਗਾ ਇੱਥੇ ਵੀ ਕਿਸ ਕਿਸਮ ਦਾ ਇੱਥੋਂ ਦਾ, ਜਿਵੇਂ ਅਸੀਂ ਅਕਸਰ ਪੰਜਾਬ ਦੇ ਵੋਟਰ ਨੇ ਜਿਹੜੇ, ਉਹਨੇ ਮੁੱਖ ਤੌਰ ਦੇ ਉੱਤੇ 3-4 ਹਿੱਸਿਆਂ 'ਚ ਵਿੱਚ ਵੇਖ ਲੈਂਦੇ ਹਾਂ। ਇਹਦੇ ਵਿੱਚ ਜੇ ਅਸੀਂ ਧਰਮ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੋਵੇ ਤਾਂ ਇੱਕ ਹਿੰਦੂ ਵੋਟਰ ਆ ਵੱਡਾ ਹਿੱਸਾ, ਇੱਕ ਸਿੱਖ ਵੋਟਰ ਆ ਜਾਂਦਾ ਹੈ ਨਾ, ਤੇ ਇੱਕ ਦਲਿਤ ਵੋਟਰ ਆ ਜਾਂਦਾ ਹੈ ਨਾ। ਤੇ ਹੁਣ ਜੇ ਸ਼ਹਿਰੀਕਰਨ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੋਵੇ ਤਾਂ ਬਹੁਤੇ ਜਿਹੜੇ ਹਿੰਦੂ ਵੋਟਰ ਨੇ ਸ਼ਹਿਰਾਂ 'ਚ ਹੀ ਰਹਿ ਜਾਂਦੇ ਨੇ। ਉੱਥੇ ਫਿਰ ਕੈਂਡੀਡੇਟ ਕਿਹੋ ਜਿਹੇ ਦੇਣੇ ਨੇ, ਉੱਥੇ ਕੰਪੇਨ ਕਿਹੋ ਜਿਹੀ ਲੈ ਕੇ ਜਾਣੀ ਆ, ਉੱਥੇ ਮੁੱਦੇ ਕੀ ਉਭਾਰਨੇ ਨੇ, ਉੱਥੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਿਹੋ ਜਿਹਾ ਕਰਨਾ, ਉਹ ਸਾਰਾ ਕੁਝ ਸਥਾਨਕ ਵੋਟਰਾਂ ਦੀ ਮਾਨਸਿਕਤਾ ਨੂੰ ਤੇ ਉਹਨਾਂ ਦੇ ਵਰਗੀਕਰਨ ਨੂੰ ਲੈ ਕੇ ਕੀਤਾ ਜਾਂਦਾ ਹੈਗਾ ਜੀ। ਪ੍ਰਸ਼ਾਂਤ ਕਿਸ਼ੋਰ ਕੋਲੇ ਜਿਹੜੀ ਇਸ ਤਰ੍ਹਾਂ ਦੀ ਮਹਾਰਤ ਜ਼ਰੂਰ ਹਾਸਲ ਹੈਗੀ ਹੈ। ਮੈਂ ਕਹਾਂਗਾ ਵੀ ਟੈਂਪਰੇਰੀ ਤੌਰ ਦੇ ਉੱਤੇ ਜੇਕਰ ਸਰਕਾਰ ਨੇ ਆਪਣੇ ਪੂਰੇ ਵਾਅਦੇ ਕੰਪਲੀਟ ਕੀਤੇ ਹੁੰਦੇ ਨਾ, ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕੀਤਾ ਹੁੰਦਾ, ਤਾਂ ਅੱਜ ਸਾਨੂੰ ਜਿਹੜੇ ਬਾਹਰਲੇ ਰਾਜਾਂ ਨਾਲ ਸੰਬੰਧਿਤ ਨੇ, ਜਿਹੜੇ ਟੈਕਟੀਕਲ ਹੈ ਨਾ, ਟੈਕਟੀਕਲ ਤਕਨੀਕ ਕਹਿ ਲਈਏ, ਇਹਦੇ ਆਧਾਰ 'ਤੇ ਚੋਣਾਂ ਲੜਦੇ ਨੇ, ਤਾਂ ਸਾਨੂੰ ਇਹ ਚੋਣਾਂ ਲੜਨ ਦੀ ਲੋੜ ਨਹੀਂ ਸੀ। ਇਹ
ਗੱਲ ਤਾਂ ਇਹ ਆ ਵੀ ਤੁਸੀਂ ਲੋਕਾਂ ਦੇ ਜਦੋਂ ਸਾਹਮਣੇ ਰੂਬਰੂ ਹੁੰਦੇ ਹੋ, ਜੀ ਪਿੰਡਾਂ ਦੇ ਵਿੱਚ ਸੱਥਾਂ 'ਚ ਜਾ ਕੇ ਰੂਬਰੂ ਹੁੰਦੇ ਹੋ, ਪ੍ਰੈਸ ਦੇ ਸਾਹਮਣੇ ਰੂਬਰੂ ਹੁੰਦੇ ਹੋ, ਉੱਥੇ ਤੁਸੀਂ ਆਪਣੀ ਸਟੇਟ ਦੀ ਇਕਨੋਮੀ ਨੂੰ ਪੇਸ਼ ਕਰਨਾ ਵੀ ਸਾਡੀ ਸਟੇਟ ਦੀ ਇਕਨੋਮੀ ਦੇ ਵਿੱਚ ਸੁਧਾਰ ਹੋਇਆ ਜਾਂ ਨਾ ਹੋਇਆ, ਤੁਹਾਡੀ ਸਟੇਟ ਦੇ ਲੋਕਾਂ ਦੇ ਜੀਵਨ ਦਾ ਜਿਹੜਾ ਰਹਿਣ ਸਹਿਣ ਦਾ ਪੱਧਰ ਆ ਉਹਦੇ ਵਿੱਚ ਕੋਈ ਅੰਤਰ ਆਇਆ। ਜੇਕਰ ਤੁਹਾਡਾ ਦੇਸ਼ ਤੁਹਾਡਾ ਰਾਜ ਕਰਜ਼ੇ ਵਿੱਚ ਫਸਿਆ ਸੀ ਤਾਂ ਤੁਸੀਂ ਉਹਦੇ ਵਿੱਚੋਂ ਉਹ ਕਰਜ਼ੇ ਦੀ ਦਰ ਜਿਹੜੀ ਹੈਗੀ ਆ ਗ੍ਰਾਫ ਆ ਉਹ ਕਿੰਨਾ ਥੱਲੇ ਲੈ ਕੇ ਆਏ ਹੋ, ਤੁਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈਗਾ, ਤੁਸੀਂ ਸਿੱਖਿਆ ਦਾ ਪ੍ਰਬੰਧ ਜਿਹੜਾ ਹੈਗਾ ਉਹ ਕਿਹੋ ਜਿਹਾ ਬਿਹਤਰ ਕੀਤਾ ਹੈਗਾ, ਤੁਸੀਂ ਸਿਹਤ ਸਹੂਲਤਾਂ ਕਿਸ ਤਰ੍ਹਾਂ ਦੀਆਂ। ਜਦੋਂ ਵੀ ਕਿਸੇ ਕੰਟਰੀ ਦੀ ਜਾਂ ਕਿਸੇ ਰਾਜ ਦੀ ਉਸ ਦੇ ਰਾਜ ਸੰਬੰਧੀ ਮਾਪਦੰਡ ਹੁੰਦੇ ਆ ਨਾ, ਤਾਂ ਮਾਪਦੰਡ ਇਹੀ ਹੁੰਦੇ ਆ ਵੀ ਉੱਥੋਂ ਦੀ ਸਿਹਤ ਸਹੂਲਤ ਕਿਹੋ ਜਿਹੀ ਆ, ਉੱਥੋਂ ਦੀ ਐਜੂਕੇਸ਼ਨ ਕਿਹੋ ਜਿਹੀ ਆ, ਜੀ ਉੱਥੋਂ ਦੀ ਐਜੂਕੇਸ਼ਨ ਕਿਹੋ ਜਿਹੀ ਆ, ਉੱਥੋਂ ਦੀ ਸਿਹਤ ਸਹੂਲਤਾਂ ਕਿਹੋ ਜਿਹੀਆਂ, ਉੱਥੋਂ ਦੀ ਇਕਨੋਮੀ ਕਿਹੋ ਜਿਹੀ ਹੈ ਨਾ। ਇਹ ਤੁਸੀਂ ਇਹ ਸਾਹਮਣੇ ਰੱਖੋ, ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੋ, ਲੋਕ ਤੁਹਾਨੂੰ ਆਪਣੇ ਆਪ ਹੀ ਵੋਟ ਪਾ ਦੇਣਗੇ, ਲੋਕ ਤੁਹਾਡਾ ਆਪਣੇ ਆਪ ਹੀ ਸਮਰਥਨ ਕਰ ਦੇਣਗੇ ਤੁਹਾਡੀਆਂ ਰੈਲੀਆਂ ਦੇ ਵਿੱਚ ਆ ਕੇ, ਮੀਟਿੰਗਾਂ ਦੇ ਵਿੱਚ ਆ ਕੇ, ਗਲੀਆਂ ਮੁਹੱਲਿਆਂ ਦੇ ਵਿੱਚ ਆ ਕੇ। ਜਦੋਂ ਤੁਸੀਂ ਇਹ ਸਾਰੀਆਂ ਆਪਣਾ ਪ੍ਰਾਪਤੀਆਂ, ਆਪਣੇ ਨਤੀਜੇ ਦੱਸਣ ਤੋਂ ਅਸਮਰੱਥ ਹੋ ਜਾਂਦੇ ਹੋ, ਫਿਰ ਤੁਹਾਨੂੰ ਜਿਹੜੀਆਂ ਬਾਹਰਲੀਆਂ ਤਾਕਤ ਦੀ ਲੋੜ ਪੈਂਦੀ ਹੈ। ਰਿਪੀਟ ਕਰਦਾ, ਫਿਰ ਜਦੋਂ ਤੁਸੀਂ ਇਹ ਸਾਰੀ ਚੀਜ਼ ਤੋਂ ਅਸਮਰੱਥ ਹੋ ਜਾਂਦੇ ਹੋ, ਫਿਰ ਤੁਹਾਨੂੰ ਬਾਹਰਲੀਆਂ ਜਿਹੜੀਆਂ ਏਜੰਸੀਆਂ ਨੇ, ਬਾਹਰਲੀਆਂ ਕੋਈ ਪਾਵਰਜ਼ ਨੇ, ਉਹਨਾਂ ਦਾ ਸਮਰਥਨ ਲੈਣ ਦੀ ਲੋੜ ਪੈਂਦੀ ਹੈਗੀ ਹੈ, ਜਿਵੇਂ ਹੁਣ ਕਾਂਗਰਸ ਪਾਰਟੀ ਕਰ ਰਹੀ ਹੈ। ਜੀ ਸਿੱਖੋ ਸਾਹਿਬ, ਜਿੱਦਾਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ, ਜੇ ਆਪਾਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ, ਜਿਹੜੀ ਕਿ ਵਿਰੋਧੀ ਧਿਰ ਜਿਹੜਾ ਰੁਤਬਾ ਉਹਦੇ ਕੋਲ ਹੈਗਾ, ਉਹਦੇ ਵਿੱਚ ਵੀ ਲੀਡਰ ਆ ਜਿਹੜੇ ਕਿ ਮਤਲਬ ਹੁਣ ਪਿਛਲੇ ਰਾਘਵ ਚੱਡਾ ਜਿਹੜੇ ਦਿੱਲੀ ਵਾਟਰ ਬੋਰਡ ਦੇ ਕਮਿਸ਼ਨ ਦੇ ਇੱਥੋਂ ਦੇ ਚੇਅਰਮੈਨ ਨੇ ਦਿੱਲੀ ਸਰਕਾਰ ਦੇ, ਉਹਨਾਂ ਨੂੰ ਪੰਜਾਬ 'ਚ ਲਿਆ ਕੇ ਆਮ ਆਦਮੀ ਪਾਰਟੀ ਨੇ ਮੋਹਰੀ ਲਾ ਦਿੱਤਾ ਗਿਆ, ਤੇ ਉਹ ਸਾਰੇ ਫੈਸਲੇ ਨੇ ਜਿਹੜੇ ਉਹ ਲੀਡ ਕਰਦੇ ਨੇ, ਜਿਹਦੇ ਮਤਲਬ ਉਹਨਾਂ ਨੂੰ ਵੀ ਪੰਜਾਬ ਦੇ ਲੀਡਰ, ਪੰਜਾਬ ਦੀ ਲੀਡਰਸ਼ਿਪ ਨਹੀਂ ਮਤਲਬ ਜੱਜ ਦਾ ਮਤਲਬ ਇਹ ਕਿ ਵੀ ਉਹਨਾਂ ਕੋਲ ਇਹੋ ਜਿਹੇ, ਜਾਂ ਤਾਂ ਫਿਰ ਮਹਿਸੂਸ ਕਰਦੇ ਆ ਵੀ ਉਹਨਾਂ ਨੂੰ ਵੀ ਘਾੜਿਆਂ ਦੀ ਲੋੜ ਹੈ। ਨਹੀਂ, ਮੈਂ ਮੰਨ, ਤੁਸੀਂ ਕੀ ਸਮਝਦੇ ਹੋ ਇਸ ਮਤਲਬ ਜੇ ਕਾਂਗਰਸ ਨੂੰ ਲੋੜ ਹੈ ਬਾਹਰੀ ਲੀਡਰ ਲਿਆ ਕੇ ਉਹ ਪੰਜਾਬ ਦੇ ਲੀਡਰਾਂ ਦੇ ਉੱਤੇ ਲਾਉਂਦੀ ਆ, ਜਿਹੜੇ ਕਿ ਸਾਰੇ ਕਮਾਂਡ ਕਰਦੇ ਆ, ਐਮਐਲਏ ਦੀ ਸਿਲੈਕਸ਼ਨ ਤੋਂ ਲੈ ਕੇ ਰਣਨੀਤੀਕਾਰ ਜਿਹੜੇ ਪ੍ਰਸ਼ਾਂਤ ਕਿਸ਼ੋਰ ਸੀਗਾ, ਪਿਛਲੀ 2017 ਦੀਆਂ ਚੋਣਾਂ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਐਮਐਲਏ ਦੀ ਲਿਸਟ ਸਿਲੈਕਟ ਕੀਤੀ ਹੈ। ਦੇਖੋ ਜੀ, ਜੇ ਤੁਹਾਡੇ ਉੱਤੇ ਬਾਹਰੀ ਬੰਦਾ ਲਿਆ ਕੇ ਲਾ ਦਿੱਤਾ ਜਾਂਦਾ ਹੈ ਤੁਹਾਡੀ ਕਾਰਗੁਜ਼ਾਰੀ ਤੇ, ਉੱਥੋਂ ਦੀ ਲੀਡਰਸ਼ਿਪ ਨੂੰ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਹੈ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ 2017 ਦੇ ਵਿੱਚ ਵੀ ਹਾਲ ਰਿਹਾ ਕਿ ਉਹਦੇ ਉੱਤੇ ਦੋਸ਼ ਲੱਗਦੇ ਰਹੇ ਕਿ ਉਹ ਬਾਹਰਲੇ ਨੇਤਾਵਾਂ ਨੂੰ ਲਿਆ ਕੇ, ਖਾਸ ਕਰਕੇ ਦਿੱਲੀ ਵਾਲੇ ਜਿੱਥੋਂ ਇਹ ਸ਼ਬਦ ਵਰਤ ਰਿਹਾ ਪੰਜਾਬੀਆਂ ਦੇ ਉੱਤੇ ਰਿਹਾ, ਤੇ ਉਸੇ ਤਰ੍ਹਾਂ ਅਕਾਲੀ ਦਲ ਦੇ ਵਿੱਚ ਇਹਦੇ ਉਲਟ ਦੇਖਣ ਨੂੰ ਮਿਲਦਾ। ਪਰ ਉੱਥੇ ਵੀ ਕਿਤੇ ਨਾ ਕਿਤੇ ਰਣਨੀਤੀ ਘਾੜਿਆਂ ਦੀ ਲੋੜ ਉਹ ਵੀ ਮਹਿਸੂਸ ਕਰਦੇ ਨੇ, ਉਹ ਵੀ ਬਾਹਰਲੇ ਮਤਲਬ ਹਜੇ ਤੱਕ ਕੋਈ ਸਾਹਮਣੇ ਤਾਂ ਨਹੀਂ ਆਇਆ, ਉੱਥੇ ਤਾਂ ਸੁਖਬੀਰ ਸਿੰਘ ਬਾਦਲ ਹੀ ਰਣਨੀਤੀ ਘਾੜਾ ਮੰਨਿਆ ਜਾਂਦਾ, ਸਾਰੀ ਕਮਾਂਡ ਹੀ ਉਹਨਾਂ ਦੀ ਹੁੰਦੀ ਹੈ। ਪਰ ਕਿਤੇ ਨਾ ਕਿਤੇ ਇਹ ਪਾਰਟੀਆਂ ਜਿਹੜੀ ਆਪਾਂ ਗੱਲ ਕਰੀਏ, ਆਮ ਆਦਮੀ, ਕਾਂਗਰਸ, ਅਕਾਲੀ ਦਲ ਜਿਹੜੀ ਪਾਰਟੀ ਹੈ, ਤੇ ਬਸਪਾ ਬਾਰੇ ਤਾਂ ਆਪਾਂ ਉਹ ਤਾਂ ਜਿਹੜੇ ਨੂੰ ਪੱਲੜਾ ਭਾਰੀ ਹੁੰਦਾ ਮਤਲਬ ਉਧਰ ਨੂੰ ਹੀ ਤੁਰ ਜਾਂਦੇ ਨੇ। ਤੇ ਇਸ ਤਰ੍ਹਾਂ ਦੀਆਂ ਤੁਸੀਂ ਅਕਾਲੀ ਦਲ ਦੇ ਸ਼ਾਰਟ ਦੇ ਵਿੱਚ ਸਾਨੂੰ ਸਾਡੇ ਦਰਸ਼ਕਾਂ ਨੂੰ ਆਮ ਆਦਮੀ ਪਾਰਟੀ ਬਾਰੇ ਵੀ ਕਰਨਾ। ਤੁਸੀਂ ਗੱਲ ਕਰਦੇ ਹੋ ਨਾ ਅਕਾਲੀ ਦਲ ਦੀ, ਅਕਾਲੀ ਦਲ ਖੇਤਰੀ ਪਾਰਟੀ ਹੈ ਨਾ, ਅਕਾਲੀ ਦਲ ਦੇ ਕਿਉਂਕਿ ਜਿਹੜੀ ਮੁੱਖ ਲੀਡਰਸ਼ਿਪ ਆ ਜਾਂ ਅਕਾਲੀ ਦਲ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹ ਆਲਰੇਡੀ ਪੰਜਾਬ ਦੇ ਵਿੱਚ ਬੈਠੀ ਆ। ਹੁਣ ਸੁਖਬੀਰ ਸਿੰਘ ਬਾਦਲ ਉੱਤੇ ਬਾਹਰਲਾ ਬੰਦਾ ਕੌਣ ਅੱਗੇ ਲੱਗੇਗਾ? ਪੋਸੀਬਲ ਹੀ ਨਹੀਂ ਹੈਗਾ। ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕੋਈ ਬਾਹਰਲਾ ਬੰਦਾ ਅੱਗੇ ਕੌਣ ਲੱਗੇਗਾ? ਪੋਸੀਬਲ ਹੀ ਨਹੀਂ ਹੈਗੇ। ਆਮ ਆਦਮੀ ਪਾਰਟੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਜਾਂ ਪ੍ਰਧਾਨ ਆ ਉਹ ਦਿੱਲੀ ਦੇ ਵਿੱਚ ਬੈਠੇ ਆ, ਉਹ ਆਪਣੇ ਆਪ ਨੂੰ ਮਤਲਬ ਕੇਂਦਰੀ, ਭਾਵੇਂ ਉਹ ਉਹਨਾਂ ਦੀ ਜਿਹੜੀ ਇੱਕ ਸਰਕਾਰ ਆ ਉਹ ਦਿੱਲੀ ਤੱਕ ਹੀ ਸੀਮਿਤ ਆ, ਅਜੇ ਤੱਕ ਉਹ ਕਿਸੇ ਰਾਜ ਦੇ ਵਿੱਚ ਹੋਰ ਕੋਈ ਸਰਕਾਰ ਨਹੀਂ ਬਣਾ ਸਕੇ, ਪਰ ਉਹ ਆਪਣੇ ਆਪ ਨੂੰ ਫੇਸ ਕੇਂਦਰੀ ਪਾਰਟੀ ਦੇ ਫੇਸ ਵਜੋਂ ਪੇਸ਼ ਕਰਦੇ ਆ ਆਪਣੇ ਆਪ ਨੂੰ। ਜਦੋਂ ਵੀ ਉਹ ਸਾਰੇ ਰਾਜਾਂ ਦੇ ਵਿੱਚ ਚੋਣਾਂ ਲੜਦੇ ਆ ਜਾਂ ਕਾਂਗਰਸ ਦੀ ਤਰਜ਼ ਤੇ ਉਹ ਵੀ ਸੈਂਟਰ ਵਾਂਗੂ ਹੀ ਆਪਣੀ ਚੋਣਾਂ ਲੜਦੇ ਆ ਜਾਂ ਜਥੇਬੰਦਕ ਢਾਂਚਾ ਬਣਾਉਂਦੇ ਆ, ਤਾਂ ਉਸੇ ਤਰ੍ਹਾਂ ਉਹ ਇੰਚਾਰਜ ਲਾਉਂਦੇ ਨੇ ਜਿਵੇਂ ਕਿ ਕੇਂਦਰੀ ਪਾਰਟੀਆਂ ਲਾਉਂਦੇ ਨੇ, ਚਾਹੇ ਕਾਂਗਰਸ ਲਾਉਂਦੀ ਆ, ਬੀਜੇਪੀ ਲਾਉਂਦੀ ਆ, ਜਨਤਾ ਪਾਰਟੀ ਹੋਵੇ, ਕਾਂਗਰਸ ਹੋਵੇ, ਇਹ ਸਾਰੀਆਂ ਲਾਉਂਦੀਆਂ ਨੇ। ਤੇ ਇਹਦੇ ਮੁਕਾਬਲੇ ਜਿਹੜੀ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਨਾ, ਪੁਰਾਣੀ ਪਾਰਟੀ ਆ, ਉਹ ਉਹਨਾਂ ਨੇ ਪਹਿਲਾਂ ਟ੍ਰੈਂਡ ਸ਼ੁਰੂ ਕੀਤਾ ਹੋਇਆ, ਸਾਰੇ ਉਸੇ ਨੂੰ ਫਾਲੋ ਕਰ ਰਹੇ ਨੇ। ਅਕਾਲੀ ਦਲ ਕੋਲੇ ਇਸ ਤਰ੍ਹਾਂ ਦਾ, ਜਾਂ ਹੁਣ ਅਕਾਲੀ ਦਲ ਦੀ ਗੱਲ ਕਰ ਲਈ, ਅਕਾਲੀ ਦਲ ਨੇ ਹੁਣ ਹਰਿਆਣੇ ਦੇ ਵਿੱਚ ਇੰਚਾਰਜ ਕੌਣ ਲਾਇਆ ਹੋਇਆ? ਬਿਲਕੁਲ ਠੀਕ ਹੈ, ਪੰਜਾਬ ਚੋਂ ਲਾਇਆ ਹੋਇਆ। ਦਿੱਲੀ ਦੇ ਵਿੱਚ ਇੰਚਾਰਜ ਕੌਣ ਲਾਉਂਦੇ? ਇਹ ਪਾਰਟੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਸੇ ਤਰੀਕੇ ਨਾਲ ਹੀ ਇਸੇ ਨੂੰ ਰੂਲ ਨੂੰ ਫਾਲੋ ਕਰਦੀਆਂ ਨੇ, ਇੱਕ ਦੂਜੇ ਦੇ ਦੋਸ਼ ਜਿਵੇਂ ਮਰਜ਼ੀ ਲਾਈ ਜਾਣ। ਪਰ ਅਲਟੀਮੇਟਲੀ ਜਿਹੜੀ ਆਪਾਂ ਗੱਲ ਕਰ ਲਈਏ, ਹੁਣ ਅੱਜ ਦੀ ਰਾਜਨੀਤੀ ਜਿਹੜੀ ਹੈਗੀ ਹੈ, ਚਾਹੇ ਖੇਤਰੀ ਰਾਜਨੀਤੀ ਹੈ, ਚਾਹੇ ਪੋਲੀਟਿਕਸ ਦੀ ਰਾਜਨੀਤੀ ਹੈਗੀ ਆ, ਉਹ ਖੇਤਰੀ ਪਾਰਟੀਆਂ ਨੂੰ ਇੰਨਾ ਕੁ ਐਡਵਾਂਟੇਜ ਹੁੰਦਾ, ਜ਼ਿਆਦਾ ਐਡਵਾਂਟੇਜ ਇਹ ਹੁੰਦਾ ਵੀ ਉਹ
ਕਿਉਂਕਿ ਸਥਾਨਕ ਜਿਹੜੇ ਮੁੱਦੇ ਹੁੰਦੇ ਆ ਹਨਾ, ਹੁਣ ਜਿਵੇਂ ਅਕਾਲੀ ਦਲ ਆ, ਅਕਾਲੀ ਦਲ ਬੜੀ ਆਸਾਨੀ ਦੇ ਨਾਲ SYL ਦੇ ਮੁੱਦੇ ਦੇ ਉੱਤੇ ਚੋਣ ਲੜ ਲੈਂਦਾ, ਪੰਜਾਬ ਦੇ ਰਾਜਧਾਨੀ ਦੇ ਮੁੱਦੇ ਦੇ ਉੱਤੇ ਚੋਣ ਲੜ ਲੈਂਦਾ। ਜਦੋਂ ਤੱਕ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਚੋਣ ਲੜਦਾ ਰਿਹਾ ਆਇਆ ਤਾਂ ਪੰਜਾਬ ਨੂੰ ਅਕਾਲੀ ਦਲ ਨੂੰ ਕੀ ਮਿਲਦੀ ਰਹੀ ਹੈ? ਸਫਲਤਾ ਮਿਲਦੀ ਰਹੀ ਆ। ਪਰ ਜਦੋਂ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਛੱਡ ਦਿੱਤਾ ਤਾਂ ਉਹਦੀ ਅਕਾਲੀ ਦਲ ਕੀ ਚਲਾ ਗਿਆ? ਬੈਕਫੁੱਟ ਤੇ ਚਲਾ ਗਿਆ। ਹੁਣ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਸੈਂਟਰ ਨਾਲ ਤਾਂ ਮਿਲ ਨਹੀਂ ਨਾ ਸਕਦੇ ਹੈਗੇ। ਸੈਂਟਰ ਦੀ ਆਪਣੀ ਇੱਕ ਪਾਲਿਸੀ ਆ, ਸੈਂਟਰ ਦੀਆਂ ਆਪਣੀਆਂ ਇੱਕ ਸਮੱਸਿਆਵਾਂ ਨੇ। ਸੈਂਟਰ ਸਰਕਾਰ ਨਾਲ ਤੇ ਕੇਂਦਰੀ ਜਿਹੜੀ ਥੋੜੀ ਸਟੇਟ ਸਰਕਾਰ ਆ ਉਹਨਾਂ ਦਾ ਡਿਫਰੈਂਸ ਹੈਗਾ, ਉਹਨਾਂ ਦੇ ਇਸ਼ੂ ਵੱਖਰੇ ਨੇ। ਤੇ ਅਕਾਲੀ ਦਲ ਨੂੰ ਜਿਹੜੇ ਹੈਗੇ ਨੇ ਬਹੁਤ ਵੱਡਾ ਨੁਕਸਾਨ ਇਸ ਕਰਕੇ ਪਿਛਲੇ ਸਮੇਂ ਦੇ ਦੌਰਾਨ ਹੋਇਆ। ਪੰਜਾਬ ਦੇ ਲੋਕਾਂ ਨੂੰ, ਅਕਾਲੀ ਵਰਕਰਾਂ ਨੂੰ, ਸਿੱਖ ਸਮਾਜ ਨੂੰ, ਪੰਜਾਬੀਆਂ ਨੂੰ, ਚਾਹੇ ਦੇਸ਼ 'ਚ ਰਹਿੰਦਾ ਚਾਹੇ ਵਿਦੇਸ਼ ਦੇ ਵਿੱਚ ਰਹਿੰਦਾ, ਵੀ ਅਕਾਲੀ ਦਲ ਨੇ ਆਪਣੇ ਜਿਹੜੇ ਬੇਸਿਕ ਇਸ਼ੂ ਨੇ ਉਹ ਛੱਡ ਦਿੱਤੇ ਸੀ। ਤੇ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਹੈਗਾ 14 ਦੇ ਵਿੱਚ ਵੀ ਮਾੜਾ ਹਾਲ ਹੋਇਆ, 17 ਦੇ ਵਿੱਚ ਵੀ ਰਾਜਨੀਤਿਕ ਤੌਰ ਦੇ ਉੱਤੇ ਮਾੜਾ ਹਾਲ ਹੋਇਆ, 19 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹ 2 ਸੀਟਾਂ ਹੀ ਕੀ ਆ ਜਿੱਤ ਪਾਏ ਹੈਗੇ ਨੇ, ਬਾਕੀ ਸਾਰੀਆਂ ਸੀਟਾਂ ਕੀ ਹੋ ਗਈਆਂ? ਲੂਜ਼ ਕੀਤੀਆਂ ਹੈਗੀਆਂ ਨੇ। ਤੇ ਜੇਕਰ ਇਹਨਾਂ ਸਾਰੀਆਂ ਪਾਰਟੀਆਂ ਨੇ ਰਣਨੀਤੀ ਦੇ ਤੌਰ ਦੇ ਉੱਤੇ ਦੂਸਰੇ ਦੀਆਂ ਸੇਵਾਵਾਂ ਲੈਣੀਆਂ ਨੇ, IT ਵਿੰਗ ਦੀਆਂ ਸੇਵਾਵਾਂ ਲੈਣੀਆਂ ਨੇ, ਪੰਜਾਬ ਕੋਈ ਐਡਾ ਵੱਡਾ ਰਾਜ ਨਹੀਂ ਮੈਂ ਕਹਾਂਗਾ ਵੀ ਪੰਜਾਬੀਆਂ ਨੂੰ IT ਮਾਰਨ ਦੀ ਲੋੜ ਨਹੀਂ। ਪੰਜਾਬੀ ਤਾਂ ਰਣਨੀਤੀ ਘਾੜੇ ਆਪ ਹੀ ਰਣਨੀਤੀ ਘਾੜੇ ਨੇ। ਨਾਲੇ ਪੰਜਾਬ ਕੋਈ ਐਡਾ ਵੱਡਾ ਬਹੁਤਾ ਕੋਈ ਵੱਡਾ ਰਾਜ ਨਹੀਂ ਹੈਗਾ ਜਿੱਥੇ ਲੋਕਾਂ ਨਾਲ ਤੁਸੀਂ ਡਾਇਰੈਕਟ ਜਾ ਕੇ ਨਾ ਰੂਬਰੂ ਹੋਵੋ। ਪੰਜਾਬੀ ਜਾਗਰੂਕ ਨੇ ਜੀ। ਪੰਜਾਬ ਦੀਆਂ 117 ਸੀਟਾਂ ਨੇ, ਬਹੁਤ ਛੋਟੀ ਸਟੇਟ ਹੈਗੀ ਆ। ਜੇਕਰ ਇੱਕ MLA ਜਾਂ ਕੋਈ ਚੋਣ ਲੜਨ ਦਾ ਚਾਹਵਾਨ ਬੰਦਾ, ਇੱਕ ਵਿਧਾਨ ਸਭਾ ਹਲਕੇ ਵਿੱਚ ਮਹਿਜ 100 ਪਿੰਡ ਹੁੰਦੇ ਆ ਹਨਾ, 100 ਪਿੰਡਾਂ ਦੇ ਵਿੱਚ 5 ਸਾਲਾਂ ਦੇ ਵਿੱਚ ਉਹ ਬੰਦਾ ਲਗਾਤਾਰ ਕੰਪੇਨ ਕਰੇ, ਲੋਕਾਂ ਨਾਲ ਜੋੜੇ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਾਸਲ ਹੋਵੇ, ਤਾਂ ਉਸ ਤੋਂ ਵੱਧ ਇਫੈਕਟਿਵ ਨਾ ਪ੍ਰਸ਼ਾਂਤ ਕਿਸ਼ੋਰ ਦੀ ਕੋਈ ਰਣਨੀਤੀ ਹੋ ਸਕਦੀ ਹੈ, ਨਾ IT ਵਿੰਗ ਦੀ ਪ੍ਰਚਾਰ ਹੋ ਸਕਦਾ, ਨਾ ਮੈਂ ਕਹਾਂਗਾ ਵੀ ਹੋਰ ਜਿਹੜੀਆਂ ਇਹਨਾਂ ਦੀਆਂ ਲੋਕ ਲਵਾਓ ਯੋਜਨਾਵਾਂ ਹੁੰਦੀਆਂ ਨੇ ਉਹ ਹੋ ਸਕਦੇ। ਅੱਜ ਲੋੜ ਜਿਹੜੇ ਉੱਚ ਕਿਰਦਾਰ ਵਾਲੇ ਜਿਹੜੇ ਜੰਗ ਨੇਤਾਵਾਂ ਦੀ ਆ। ਜਿਹੜੀ ਪਾਰਟੀ ਮਾਨਸੀ ਇੱਕ ਮੈਂ ਜਾਂਦਾ ਹੋਰ ਗੱਲ ਕਹਿਣੀ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਜੰਗ ਨੇਤਾਵਾਂ ਨੂੰ ਅੱਗੇ ਲੈ ਕੇ ਆਵੇਗੀ, ਜੰਗ ਮੁੰਡਿਆਂ ਨੂੰ ਅੱਗੇ ਲੈ ਕੇ ਆਵੇਗੀ, ਔਰ ਉਹ ਪਾਰਟੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਉੱਤੇ ਰਾਜ ਕਰੇਗੀ, ਭਾਰੂ ਪਵੇਗੀ। ਜੀ ਬਿਲਕੁਲ, ਤੁਸੀਂ ਸਿੱਖੋ ਸਾਹਿਬ ਬੜੀ ਡੂੰਘਾਈ ਦੇ ਵਿੱਚ ਦੱਸਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਰੇ। ਜੀ ਤੇ ਬਸਪਾ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਮੌਕੇ ਦੇ ਹਿਸਾਬ ਨਾਲ ਫੈਸਲੇ ਲੈਂਦੇ ਨੇ, ਤੇ ਪਰ ਉਹਦਾ ਦਲਿਤ ਵੋਟ ਬੈਂਕ ਹੈ ਜਿਹੜਾ 33% ਜਿਹੜਾ ਪੰਜਾਬ ਦਾ ਦਲਿਤ ਵੋਟ ਬੈਂਕ ਹੈ ਉਹ ਬਹੁਤ ਵੱਡਾ ਸਥਾਨ ਰੱਖਦਾ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ। ਵੋਟ ਬੈਂਕ ਹੈ ਤੇ ਇਸ ਵਾਰੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਕਿ ਅਕਾਲੀ ਦਲ ਨਾਲ ਤਾਂ ਬਸਪਾ ਦਾ ਪਹਿਲਾਂ ਤੋਂ ਹੀ ਚੱਲਦਾ ਰਹਿੰਦਾ ਹੈ ਕਿ ਇਸ ਵਾਰੀ ਅਕਾਲੀ ਦਲ ਨਾਲ ਬਸਪਾ ਹੱਥ ਮਿਲਾ ਸਕੇਗੀ? ਪਿਛਲੇ ਸਮੇਂ ਦੇ ਦੌਰਾਨ ਅਸੀਂ ਦੇਖਿਆ ਵੀ ਅਕਾਲੀ ਦਲ ਨੇ ਬਹੁਤ ਗਲਤ ਫੈਸਲੇ ਲੈਤਾ ਸੀ। ਮੈਂ ਕਹਾਂਗਾ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਫੈਸਲਾ ਸੀ ਜਾਂ ਗੱਠਜੋੜ ਸੀ, ਜਿਹੜਾ ਉਹਨਾਂ ਦਾ ਸਿਆਸੀ ਗੱਠਜੋੜ ਚੱਲਿਆ ਰਿਹਾ ਸੀ, ਉਹ ਇੱਕ ਪੰਜਾਬ ਦੇ ਜਾਂ ਸਿੱਖਾਂ ਦੇ ਜਾਂ ਇੱਥੋਂ ਦਾ ਜਿਹੜਾ ਇਹ ਖਿੱਤਾ ਇਹਦੇ ਸਿਧਾਂਤ ਦੇ ਅਨੁਸਾਰ ਨਹੀਂ ਸੀ। ਇੱਥੇ ਜਿਹੜੀ ਸਿੱਖ ਪੋਲੀਟਿਕਸ ਆ, ਜਿਹੜੀ ਸਿੱਖ ਸਿਆਸਤ ਆ ਨਾ, ਉਹਦਾ ਜ਼ਿਆਦਾ ਨੇੜਤਾ ਸਿਧਾਂਤਕ ਤੌਰ ਤੇ ਵੀ ਜਾਂ ਸਮਾਜਿਕ ਤੌਰ ਦੇ ਉੱਤੇ ਵੀ ਗੱਲ ਕਰ ਲਈਏ, ਇਹਨਾਂ ਦੀ ਜਿਹੜੀ ਨੇੜਤਾ ਉਹ ਕਿਤੇ ਨਾ ਕਿਤੇ ਜਿਹੜੇ ਦਲਿਤ ਵਰਗ ਨੇ, ਜਿਹੜੇ ਸ਼ੋਸ਼ਿਤ ਵਰਗ ਨੇ, ਪਛੜੇ ਵਰਗ ਨੇ, ਉਹਨਾਂ ਦੇ ਨਾਲ ਜ਼ਿਆਦਾ ਹੈਗੀ ਆ। ਅਕਾਲੀ ਦਲ ਆਪਣੀ ਗਿਣਤੀਆਂ ਮਿਣਤੀਆਂ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਪੰਜਾਬ ਦੇ ਵਿੱਚ ਮੈਂ ਰਿਪੀਟ ਕਰਦਾ, ਅਕਾਲੀ ਦਲ ਦੀਆਂ ਆਪਣੀਆਂ ਗਿਣਤੀਆਂ ਮਿਣਤੀਆਂ ਸੀ ਵੀ ਉਹਨਾਂ ਨੂੰ ਉਹਨਾਂ ਦੇ ਸਮੀਕਰਨਾਂ ਦੇ ਵਿੱਚ ਇਹ ਗੱਲ, ਗ੍ਰਾਫ ਦੇ ਵਿੱਚ ਇਹ ਗੱਲ ਉੱਭਰ ਕੇ ਆਉਂਦੀ ਸੀ ਵੀ ਜੇਕਰ ਇੱਥੇ ਬਹੁਜਨ ਸਮਾਜ ਪਾਰਟੀ ਤਕੜੀ ਹੁੰਦੀ ਆ, ਕਿਉਂਕਿ ਫਿਰ ਕੀ ਆ ਉਹ ਸਿੱਖ ਸਿਆਸਤ ਲਈ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਲਈ ਕੀ ਬਣ ਜਾਵੇਗੀ? ਚੁਣੌਤੀ ਬਣ ਸਕਦੀ ਹੈਗੀ ਆ। ਇਸ ਲਈ ਉਹ ਇਸ ਨੂੰ ਦੱਬ ਕੇ ਰੱਖਣਾ ਚਾਹੁੰਦੇ ਸੀ। ਜੇਕਰ ਆਪਾਂ ਜਿਵੇਂ ਤੁਸੀਂ ਗੱਲ ਦੱਸੀ ਆ ਵੀ ਇੱਥੇ 32-33% ਦਲਿਤ ਵੋਟ ਆ, ਹੈ ਨਾ, ਤੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਵੋਟ ਮੰਨਿਆ ਜਾਂਦਾ ਪੰਜਾਬ ਦੇ ਵਿੱਚ। ਪਰ ਪੰਜਾਬ ਦੇ ਵਿੱਚ ਇਹ ਹੈਰਾਨੀ ਹੈ ਵੀ ਕਦੇ ਵੀ ਜਿਹੜੇ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਲਈਏ ਜਾਂ ਜਿਹੜੀ ਦਲਿਤ ਵੋਟ ਨੂੰ ਕੋਈ ਮੈਨੇਜ ਨਹੀਂ ਕਰ ਸਕਿਆ ਅਜੇ ਤੱਕ, ਉਹਨਾਂ ਨੂੰ ਕਿ ਝੰਡੇ ਹੇਠਾਂ ਨਹੀਂ ਲਿਆ ਸਕਿਆ, ਤੇ ਅਜੇ ਤੱਕ ਇੱਥੇ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਿਆ। ਦਲਿਤਾਂ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਉੱਭਰ ਨਹੀਂ ਸਕੀ। ਕਾਂਸ਼ੀ ਪੰਜਾਬ ਦੇ ਲੋਕਾਂ ਦਾ ਸੁਭਾਅ ਕਹਿ ਲਓ ਜਾਂ ਨਿਕੰਮਾਪਣ ਕਹਿ ਲਓ ਜਾਂ ਇਹਨਾਂ ਦੀ ਜਿਹੜੀ ਹੈਗੀ ਆ ਟ੍ਰੈਡੀਸ਼ਨਲ ਜਿਹੜੀ ਰਾਜਨੀਤੀ ਹੈ ਇੱਥੋਂ ਦੀ, ਹੈ ਨਾ, ਉਹਦਾ ਅਸਰ ਕਹਿ ਲਈਏ ਵੀ ਕਾਂਸ਼ੀ ਰਾਮ ਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੇ ਮੌਕਾ ਨਹੀਂ ਦਿੱਤਾ ਇੱਥੇ ਮੁੱਖ ਮੰਤਰੀ ਬਣਨ ਦਾ, ਤੇ ਇਸ ਕਰਕੇ ਉਹਨਾਂ ਨੇ ਪੰਜਾਬ ਨੂੰ ਛੱਡ ਕੇ ਉਹਨਾਂ ਨੇ ਯੂਪੀ ਨੂੰ ਅਪਣਾਇਆ, ਤੇ ਯੂਪੀ ਦੇ ਵਿੱਚ ਜਿਹੜੀ ਹੈਗੀ ਆ ਬਸ ਬਹੁਜਨ ਸਮਾਜ ਪਾਰਟੀ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਸੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਕੋਲੇ ਕੋਈ ਬਦਲ ਨਹੀਂ ਹੈਗਾ ਮਾਨਸਾ ਅਸਲ ਦੇ ਵਿੱਚ ਵੀ ਉਹ ਕਿਹਦੇ ਨਾਲ ਸਮਝੌਤਾ ਕਰੇ ਮੌਜੂਦਾ
ਮੌਜੂਦਾ ਰਾਜਨੀਤਿਕ ਪਰਿਸਥਿਤੀਆਂ ਦੇ ਵਿੱਚ ਅਕਾਲੀ ਦਲ ਦੇ ਸਾਰੀਆਂ ਰਾਜਨੀਤਿਕ ਪਰਿਸਥਿਤੀਆਂ ਨੇ ਜਿਹੜੀਆਂ ਉਹ ਉਲਟ ਨਜ਼ਰ ਆਉਂਦੀਆਂ ਨੇ। ਕੁਝ ਇਸ ਤਰ੍ਹਾਂ ਦੇ ਵਿਵਾਦਿਤ ਮੁੱਦੇ ਨੇ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਹੈਗੇ ਆ, ਤੇ ਉਹਨਾਂ ਦਾ ਜਿਹੜਾ ਇੱਕ ਰਵਾਇਤੀ ਗੱਠਜੋੜ ਸੀ, ਪੁਰਾਣਾ ਭਾਈਵਾਲ ਸੀ, ਬਹੁਜਨ ਸਮਾਜ ਪਾਰਟੀ ਤੋਂ ਬਾਅਦ ਜੇਕਰ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਵਿਸ਼ਵਾਸ ਪਾਤਰ ਵਾਲਾ ਗੱਠਜੋੜ ਸੀ ਤਾਂ ਉਹ ਭਾਰਤੀ ਜਨਤਾ ਪਾਰਟੀ ਨਾਲ ਸੀ। ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਗੱਠਜੋੜ ਵੀ ਤੋੜਨਾ ਪੈ ਗਿਆ ਉਹਨਾਂ ਨੂੰ, ਮਜਬੂਰੀ ਸੀ ਅਕਾਲੀ ਦਲ ਦੀ ਗੱਠਜੋੜ ਤੋੜਨਾ। ਤੇ ਜੇਕਰ ਉੱਥੋਂ ਗੱਠਜੋੜ ਟੁੱਟਦਾ ਤਾਂ ਉਹਨਾਂ ਕੋਲੇ ਇੱਕੋ ਇੱਕ ਜਿਹੜਾ ਹੈਗਾ ਬਦਲ ਰਹਿ ਜਾਂਦਾ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਹੋ ਸਕਦਾ। ਪਰ ਬਹੁਜਨ ਸਮਾਜ ਪਾਰਟੀ ਆਪਣੇ ਵੋਟ ਬੈਂਕ ਦੇ ਹਿਸਾਬ ਦੇ ਨਾਲ, ਦਲਿਤ ਵੋਟ ਬੈਂਕ ਦੇ ਹਿਸਾਬ ਦੇ ਨਾਲ ਇੱਥੇ ਸੀਟਾਂ ਦੀ ਮੰਗ ਕਰੇਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇੱਥੇ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੁੰਦਾ ਨਾ ਤਾਂ ਇੱਕ ਨਵੀਂ ਰਾਜਨੀਤੀ ਦਾ ਜਿਹੜਾ ਹੈਗਾ ਜਨਮ ਹੋ ਸਕਦਾ। ਤੇ ਕਿਤੇ ਨਾ ਕਿਤੇ ਮੈਂ ਕਹਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੀ ਦਲਿਤ ਵੋਟ ਬੈਂਕ ਆ, ਦਲਿਤ ਭਾਈਚਾਰਾ, ਦਲਿਤ ਰਾਜਨੀਤੀ ਆ, ਉਹਦਾ ਉਭਾਰ ਆਰੰਭ ਹੋ ਜਾਵੇਗਾ, ਜਿਹੜਾ ਕਿ ਦੂਸਰੀਆਂ ਪਾਰਟੀਆਂ ਲਈ ਸਾਰੀਆਂ ਲਈ ਚੁਣੌਤੀ ਬਣ ਸਕਦਾ। ਬਿਲਕੁਲ ਸਿੱਖੋ ਸਾਹਿਬ, ਤੁਸੀਂ ਇਹ ਬੜਾ ਵਧੀਆ ਚਾਨਣਾ ਪਾਇਆ ਦਲਿਤ ਵੋਟ ਬੈਂਕ ਬਾਰੇ। ਸਿੱਖੋ ਸਾਹਿਬ, ਜੇ ਆਪਾਂ ਗੱਲ ਕਰੀਏ ਸਾਰੀਆਂ ਪਾਰਟੀਆਂ ਦੇ ਨਿਚੋੜ ਜਾਂ ਆਪਾਂ ਕੱਢਦੇ ਹਾਂ ਤੇ ਇਸ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ, ਚਾਹੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਚਾਹੇ ਆਮ ਆਦਮੀ ਦੀ ਪਾਰਟੀ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੀ ਗੱਲ ਕਰਦੇ ਹਾਂ, ਬਸਪਾ ਦੀ, ਹਜੇ ਕੋਈ ਵੀ ਨਹੀਂ ਲੱਗ ਰਿਹਾ ਕਿ ਇਸ ਟਾਈਮ ਦੇ ਵਿੱਚ ਅੱਗੇ ਆ ਰਹੀ ਹੈ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ, ਲੋਕਾਂ ਦੇ ਕਹਿਣੀ ਤੇ ਕਰਨੀ ਦੇ ਉੱਤੇ, ਜੋ ਲੋਕਾਂ ਨਾਲ ਵਾਅਦੇ ਕਰਕੇ ਨਿਭਾਉਣ ਦੇ ਵਿੱਚ ਕੋਈ ਵੀ ਕ੍ਰੈਡੀਬਿਲਿਟੀ ਹੈ ਜਿਹੜੀ, ਉਹ ਚਾਹੇ ਅਕਾਲੀ ਦਲ ਦਾਅਵਾ ਕਰਦਾ ਕਿ ਬੜੇ ਉਹਨਾਂ ਨੇ ਕੰਮ ਕੀਤੇ ਜੀ, ਪੰਜਾਬ ਦੇ ਵਿੱਚ ਵਿਕਾਸ ਦਾ ਜਿਹੜਾ ਮਾਡਲ ਸੀ ਉਹ ਸੁਖਬੀਰ ਸਿੰਘ ਬਾਦਲ ਲੈ ਕੇ ਆਇਆ ਸੀ, ਇਹ ਅਕਾਲੀ ਦਲ ਦੇ ਲੀਡਰ ਅਕਸਰ ਦਾਅਵਾ ਕਰਦੇ ਨੇ। ਤੇ ਪੰਜਾਬ ਦੀਆਂ ਵਿੱਚ ਸੜਕਾਂ ਦਾ ਜਾਲ ਹੋਵੇ ਜਾਂ ਦੂਜੀਆਂ ਗੱਲਾਂ ਹੋਣ, ਉਹ ਵਿਕਾਸ ਦਾ ਇੱਕ ਮਾਡਲ ਸੀ, ਪਰ ਉਹ ਲੋਕਾਂ ਨੂੰ ਉਹ ਵੀ ਪਸੰਦ ਨਹੀਂ ਆਇਆ। ਪੰਜਾਬ ਦੇ ਲੋਕਾਂ ਨੂੰ ਉਹ ਇਹ ਵਿਕਾਸ ਦਾ ਮਾਡਲ, ਜਿਹੜੇ ਹੋਰ ਅਹਿਮ ਮੁੱਦੇ ਸੀ ਪੰਜਾਬ ਦੇ ਉੱਤੇ ਜਿੱਥੇ ਅਕਾਲੀ ਦਲ ਦੀ ਸਰਕਾਰ ਡਿੱਗਦੀ ਹੈ ਜਾ ਕੇ, ਚਾਹੇ ਧਾਰਮਿਕ ਮੁੱਦੇ ਸੀਗੇ, ਪੰਜਾਬ ਦੀ ਸਾਈਕੀ ਹੈ ਜਿਹੜੀ, ਮੈਂ ਤੁਹਾਡੀ ਗੱਲ ਦੇ ਵਿੱਚ ਐਡ ਵਨ ਕਰਦਾ ਸਿੱਖੋ ਸਾਹਿਬ, ਉਹ ਕਿੱਧਰ ਨੂੰ, ਮਤਲਬ ਪੰਜਾਬੀ ਕਿਹੜੀਆਂ ਚੀਜ਼ਾਂ ਨੂੰ ਮੂਹਰੇ ਰੱਖਦੇ ਨੇ? ਸਭ ਤੋਂ ਪਹਿਲਾਂ ਉਹਨਾਂ ਲਈ ਧਰਮ ਮੂਹਰੇ ਹੈ, ਧਰਮ ਦੀ ਮਤਲਬ ਰਾਜਨੀਤੀ ਪੰਜਾਬ ਦੇ ਵਿੱਚ। ਮੈਨੂੰ ਇਹ ਨਹੀਂ ਕਹਾਂਗਾ ਵੀ ਧਰਮ ਮੂਹਰੇ ਆ, ਮਨਸ਼ਈ ਆ। ਮੰਨ ਲਓ ਜੇਕਰ ਤੁਸੀਂ ਪੰਜਾਬ ਦੀ ਪੋਲਿਟਿਕਸ ਨੂੰ ਸਮਝਣਾ ਨਾ ਜੀ, ਤਾਂ ਤੁਹਾਨੂੰ ਪੰਜਾਬ ਦੇ ਇਤਿਹਾਸ ਨੂੰ ਸਮਝਣਾ ਪਊਗਾ, ਪੰਜਾਬ ਦੇ ਸਿਧਾਂਤ ਨੂੰ ਸਮਝਣਾ ਪਊਗਾ, ਪੰਜਾਬ ਦੀ ਫਿਲਾਸਫੀ ਨੂੰ ਸਮਝਣਾ ਪਊਗਾ, ਪੰਜਾਬ ਦੇ ਸੱਭਿਆਚਾਰ ਨੂੰ ਸਮਝਣਾ ਪਊਗਾ ਜੀ। ਪੰਜਾਬੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਨੇ, ਬਹਾਦਰ ਵੀ ਨੇ। ਬਹਾਦਰ ਹੋਣਾ ਤੇ ਸੰਵੇਦਨਸ਼ੀਲ ਹੋਣਾ ਇਹ ਦੋਨੇ ਆਪੋਜੀਟ ਗੱਲਾਂ ਨੇ, ਕਿਉਂਕਿ ਜਿਹੜਾ ਬਹਾਦਰ ਹੁੰਦਾ, ਯੋਧਾ ਹੁੰਦਾ, ਜੰਗੀ ਯੋਧਾ ਜਿਹੜਾ ਹੁੰਦਾ ਹੈ ਨਾ, ਉਹਦੇ ਵਿੱਚ ਸੰਵੇਦਨਸ਼ੀਲਤਾ ਜੇ ਆ ਜਾਏ ਤਾਂ ਫਿਰ ਉਹ ਲੜੇਗਾ ਕਿਵੇਂ? ਬਿਲਕੁਲ ਠੀਕ ਹੈ ਤੁਹਾਡੀ ਗੱਲ। ਭਾਵਨਾਤਮਕ ਤੌਰ ਦੇ ਉੱਤੇ ਬੰਦਾ ਤਾਂ ਫਿਰ ਮੰਨ ਲਓ ਕਿਸੇ ਦਾ ਦੁੱਖ ਦਰਦ ਜਰੀ ਨਹੀਂ ਸਕਦਾ ਹੈਗਾ, ਪਰ ਇਹ ਪੰਜਾਬੀਆਂ ਦੀ ਇਹ ਖਾਸੀਅਤ ਆ, ਸਾਰੀ ਦੁਨੀਆ 'ਚੋਂ ਵੱਖਰਾ ਪਾਣੇ ਹੈਗਾ, ਇਹ ਭਾਵਨਾਤਮਕ ਵੀ ਨੇ ਤੇ ਜੰਗੀ ਯੋਧੇ ਵੀ ਨੇ। ਤੇ ਇਹ ਇੱਕ ਸਾਡਾ ਕਨਸੈਪਟ ਸਾਡੇ ਗੁਰੂ ਸਾਹਿਬਾਨ ਤੋਂ ਆਇਆ, ਸਿੱਖ ਫਿਲਾਸਫੀ ਤੋਂ ਆਇਆ। ਤੇ ਅਸੀਂ ਮੁਗਲਾਂ ਦੇ ਨਾਲ ਜੰਗ ਦੇ ਵਿੱਚ ਲੜ ਵੀ ਰਹੇ ਹਾਂ ਤੇ ਭਾਈ ਕਨ੍ਹਈਆ ਉਹਨਾਂ ਨੂੰ ਕੀ ਪਿਆ ਰਿਹਾ? ਪਾਣੀ ਵੀ ਪਿਆ ਰਿਹਾ, ਮੱਲਮ ਵੀ ਲਾ ਰਹੇ, ਮੱਲਮ ਪੱਟੀ ਵੀ ਲੈ ਰਿਹਾ। ਤੇ ਜੇਕਰ ਤੁਸੀਂ ਪੰਜਾਬੀਆਂ ਦੀ ਗੱਲ ਕਰਦੇ ਹੋ ਵੀ ਇਹ ਪੰਜਾਬੀਆਂ ਦਾ ਵੀ ਕੀ ਫੈਸਲਾ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ, ਹੈ ਨਾ, ਇਸ ਜਿਹੜੇ ਮੌਜੂਦਾ ਰਾਜਨੀਤਿਕ ਸਥਿਤੀ ਆ ਪੰਜਾਬ ਦੀ, ਮਨਸ਼ਈ ਆ, ਕਿਉਂਕਿ ਸਾਰੀਆਂ ਪਾਰਟੀਆਂ ਦਾ ਜਿਹੜਾ ਹੈਗਾ ਕੋਈ ਵੀ, ਅੱਜ ਤੁਸੀਂ ਇਹ ਕਹਿ ਲਈ ਵੀ ਲਾਸਟ ਸਾਲ ਆ ਗਿਆ ਹੁਣ ਚੋਣਾਂ ਦਾ, ਤੇ 6 ਮਹੀਨਿਆਂ ਬਾਅਦ ਤਾਂ ਵੈਸੇ ਹੀ ਜਿਹੜੀ ਚੋਣ ਪ੍ਰਚਾਰ ਸ਼ੁਰੂ ਹੋ ਜਾਂਦਾ ਹੈਗਾ। ਤੇ ਮਨਸ਼ਈ ਆ, ਰਾਜਨੀਤਿਕ ਖੇਤਰ ਦੇ ਵਿੱਚ ਅੱਜ ਕੋਈ ਵੀ ਪਾਰਟੀ ਦਾਅਵਾ ਨਹੀਂ ਕਰ ਸਕਦੀ ਵੀ ਅਸੀਂ ਸਰਕਾਰ ਬਣਾ ਲਾਂਗੇ। ਬਿਲਕੁਲ ਜੀ। ਕਿਸਾਨੀ ਸੰਘਰਸ਼ ਦਾ ਜਿਹੜਾ ਅਸਰ ਆ ਨਾ, ਉਹ ਘਰ ਘਰ ਦੇ ਚੁੱਲ੍ਹੇ ਤੱਕ ਪਹੁੰਚਿਆ ਹੋਇਆ, ਮੈਂ ਕਹਾਂਗਾ ਜੀ। ਚੁੱਲ੍ਹੇ ਤੱਕ ਮੈਂ ਤਾਂ ਗੱਲ ਕਰਦਾ ਵੀ ਜਿਹੜੀਆਂ ਔਰਤਾਂ ਕਦੇ ਟੈਲੀਵਿਜ਼ਨ ਨਹੀਂ ਦੇਖਦੀਆਂ ਸੀ, ਜਿਹੜੀਆਂ ਔਰਤਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਸੋਸ਼ਲ ਮੀਡੀਆ ਕੀ ਹੁੰਦਾ, ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਖਬਾਰ ਕੀ ਹੁੰਦਾ ਹੈਗਾ, ਉਹ ਵੀ ਕੰਗਣਾ ਰਾਵਤ ਨੂੰ ਬੇਬੇ ਦੇ ਮਸਲੇ ਦੇ ਉੱਤੇ ਜਵਾਬ ਦਿੰਦੀਆਂ ਨੇ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਮਤਲਬ ਕਿਸਾਨ ਅੰਦੋਲਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਮੁੱਦੇ ਆਏ, ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਇਸ ਤਰ੍ਹਾਂ ਦੇ ਟਕਰਾਓ ਸਮਾਜਿਕ ਤੌਰ ਦੇ ਉੱਤੇ ਸਾਹਮਣੇ ਆਏ, ਤੇ ਜਿਨ੍ਹਾਂ ਕਰਕੇ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦਾ ਬੱਚਾ ਕੀ ਹੋ ਗਿਆ? ਇਨਵੋਲਵ ਹੋਇਆ। ਤੇ ਅਨਪੜ੍ਹ ਵੀ ਜਿਹੜਾ ਹੈਗਾ ਇਨਵੋਲਵ ਨਜ਼ਰ ਆਉਂਦਾ। ਅੱਜ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ, ਕਿਸੇ ਵੀ ਗਲੀ ਦੇ ਵਿੱਚ, ਕਿਸੇ ਵੀ ਸੱਥ ਦੇ ਵਿੱਚ ਜਾ ਕੇ ਕਿਸਾਨ ਅੰਦੋਲਨ ਬਾਰੇ ਗੱਲ ਕਰ ਲਓ ਤਾਂ ਤੁਹਾਨੂੰ ਕੋਈ ਗੱਲ ਕਰਨ ਨਹੀਂ ਦਿੰਦਾ ਹੈਗਾ। ਰਾਜਨੀਤਿਕ ਲੋਕਾਂ ਦੀ ਤਾਂ ਅੱਜ ਪੰਜਾਬ ਦੇ ਹਿੰਮਤ ਹੀ ਹੈ ਨਹੀਂ ਵੀ ਉਹ ਪੰਜਾਬ ਦੀ ਸੱਥ ਦੇ ਵਿੱਚ ਜਾ ਕੇ ਕੋਈ ਗੱਲ ਕਰ ਲਵੇਗਾ। ਤੇ ਜਦੋਂ ਤੱਕ ਕਿਸਾਨ ਅੰਦੋਲਨ ਦਾ ਕੋਈ ਫੈਸਲਾ ਨਹੀਂ ਨਾ ਹੁੰਦਾ ਹੈਗਾ, ਜੀ, ਤੇ
ਉਦੋਂ ਤੱਕ ਪੰਜਾਬ ਦੀ ਰਾਜਨੀਤਿਕ ਜਿਹੜੀ ਤਸਵੀਰ ਆ ਉਹ ਸਾਫ਼ ਨਹੀਂ ਉਹ ਹੋਈ। ਸਾਫ਼ ਨਹੀਂ ਹੋ ਸਕਦੀ। ਪੰਜਾਬ ਦੇ ਰਾਜਨੀਤਿਕ ਅੰਦੋਲਨ ਨੇ ਜਿਹੜੀ ਚੇਤਨਾ ਪੈਦਾ ਕੀਤੀ ਆ, ਉਹ ਚੇਤਨਾ ਅਜੇ ਅਚੇਤ ਮਨ ਦੇ ਵਿੱਚ ਪਈ ਆ। ਜੀ ਮੰਨ ਲਓ ਅਸੀਂ ਉਹਨੂੰ ਇੱਕ ਸੁਚੇਤ ਮਨ ਕਹਿੰਦੇ ਨੇ, ਇੱਕ ਅਚੇਤ ਮਨ ਦੇ ਵਿੱਚ ਪਈ ਆ। ਕਿਸਾਨੀ ਅੰਦੋਲਨ ਨੇ ਬਹੁਤ ਕੁਝ ਅਚੇਤ ਮਨ ਦੇ ਤੌਰ ਦੇ ਉੱਤੇ ਪੈਦਾ ਕਰ ਦਿੱਤਾ, ਜਿਹੜਾ ਕਿ ਸਾਹਮਣੇ ਨਹੀਂ ਆਉਂਦਾ ਹੈਗਾ, ਜਿਹੜਾ ਕਿ ਸਿਰਫ ਭਾਵਨਾਵਾਂ ਦੇ ਤਹਿਤ, ਠੀਕ ਹੈ ਨਾ, ਜਾਂ ਇੱਕ ਵਹਿਣ ਦੇ ਰੂਪ ਦੇ ਵਿੱਚ, ਜਾਂ ਇੱਕ ਇਹ ਕਹਿ ਲਈਏ ਛੋਟੀਆਂ ਜਿਹੀਆਂ ਸੰਵੇਦਨਸ਼ੀਲਤਾ ਦੇ ਰੂਪ ਦੇ ਵਿੱਚ ਉਹ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ, ਹੌਲੀ ਹੌਲੀ ਆਉਣਗੀਆਂ, ਹੈ ਨਾ। ਇਹ 2022 ਤੱਕ, ਇਹ 2022 ਤੱਕ ਇਹਨਾਂ ਪੰਜਾਬ ਦੀ ਰਾਜਨੀਤੀ ਨੂੰ ਲਗਾਤਾਰ ਪ੍ਰਭਾਵਿਤ ਕਰਦਾ ਰਹੂਗਾ। ਅੱਜ ਕੋਸ਼ਿਸ਼ ਸਾਰਿਆਂ ਦੀ ਹੈਗੀ ਆ। ਕਾਂਗਰਸ ਪਾਰਟੀ ਨੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਹੈਗਾ ਹਾਇਰ ਕਰ ਲਿਆ, ਆਮ ਆਦਮੀ ਅਕਾਲੀ ਦਲ ਬਸਪਾ ਵੱਲ ਭੱਜ ਲਿਆ ਵੀ ਇਹਦੇ ਨਾਲ ਸਮਝੌਤਾ ਕਰ ਲਈਏ, ਠੀਕ ਹੈ ਨਾ। ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਵੀ ਅੱਗੇ ਵੱਧ ਰਹੀ ਹੈਗੀ ਆ, ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੋਸ਼ਿਸ਼ ਹੋਵੇਗੀ ਉਹਨਾਂ ਦੀ। ਤੀਸਰੀ ਚੌਥੀ ਧਿਰ ਜਿਹੜੀ ਹੈਗੀ ਆ ਉਹ ਵੀ ਕਿਸੇ ਨਾ ਕਿਤੇ ਫਰੰਟ ਬਣਾਉਣ ਦਾ ਯਤਨ ਕਰਨਗੇ। ਤੇ ਪਰ ਇਹ ਸਾਰੀਆਂ ਪਾਰਟੀਆਂ ਅੱਜ ਦੀ ਤਾਰੀਖ ਦੇ ਵਿੱਚ ਸਿਆਸੀ ਖੇਤਰ ਦੇ ਵਿੱਚ ਹਾਸ਼ੀਏ ਤੇ ਕਿਸਾਨ ਅੰਦੋਲਨ ਨੇ ਧੱਕੀਆਂ ਹੋਈਆਂ ਨੇ, ਤੇ ਇਸੇ ਕਰਕੇ ਇਹ ਚੰਡੀਗੜ੍ਹ ਦੇ ਵਿੱਚ ਆਪਣੇ ਧਰਨੇ ਮੁਜ਼ਾਹਰੇ ਕਰ ਲੈਂਦੇ ਨੇ, ਪਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਇਹ ਧਰਨੇ ਮੁਜ਼ਾਹਰੇ ਕਰਨ ਤੋਂ ਅੱਜ ਅਸਮਰੱਥ ਨੇ। ਸਿੱਖੂ ਸਾਹਿਬ, ਜਿਸ ਤਰ੍ਹਾਂ ਤੁਸੀਂ ਇਹਨਾਂ ਰਾਜਨੀਤਿਕ ਪਾਰਟੀਆਂ ਬਾਰੇ ਚਾਨਣਾ ਪਾਇਆ, ਕਾਂਗਰਸ ਦੇ ਵਿੱਚ ਜੇ ਲੀਡਰਸ਼ਿਪ ਦੇ ਅੰਦਰਲੀ ਧੜੇਬੰਦੀ ਦੀ ਗੱਲ ਕਰੀਏ ਤਾਂ ਕੈਪਟਨ ਦੀ ਕਪਤਾਨੀ ਲਈ ਇਸ ਵਾਰੀ ਹੋਰ ਚੁਣੌਤੀਆਂ ਨੇ, ਅੰਦਰੂਨੀ ਚੁਣੌਤੀਆਂ ਨਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਬਾਹਰੀ ਚੁਣੌਤੀਆਂ ਦੇ ਵਿੱਚ ਜਿੱਥੇ ਉਹ ਆਪਣੇ ਵਾਅਦਿਆਂ ਨੂੰ ਲੈ ਕੇ ਪਾਰਟੀ ਦੇ ਵਿੱਚ ਜੋ 2017 ਦਾ ਉਹਨਾਂ ਦਾ ਰੋਲ ਮਾਡਲ ਸੀਗਾ ਉਹ ਨਾ ਲਾਗੂ ਹੋਣ ਕਾਰਨ ਕਈ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵੀ ਇੱਕ ਲੀਡਰ ਮੰਨੇ ਜਾਂਦੇ ਨੇ ਜੀ ਜੀ। ਉਹਨਾਂ ਦਾ ਸਿਆਸੀ ਭਵਿੱਖ ਜਿਹੜਾ ਹੈਗਾ, ਕਿਉਂਕਿ ਉਹ ਵੀ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੀ ਇੱਛਾ ਰੱਖਦੇ ਨੇ, ਰੱਖਣੀ ਵੀ ਚਾਹੀਦੀ ਹੈ, ਹਰੇਕ ਲੀਡਰ ਨੂੰ ਹੁੰਦੀ ਹੈ ਕਿ ਉਹ ਉੱਪਰਲੇ ਕੁਰਸੀ ਤੇ ਪਹੁੰਚੇ। ਉਹਨਾਂ ਦਾ ਜਿਹੜਾ 2022 ਤੱਕ ਦਾ ਜਿਹੜਾ ਭਵਿੱਖ ਹੈ ਉਹ ਕੀ ਹੋਊਗਾ? ਇੱਕ ਤਾਂ ਇਹ ਹੈ ਜੀ, ਕਿਸ ਤਰ੍ਹਾਂ ਕਿੱਧਰ ਨੂੰ ਉਹ ਪਾਰਟੀ ਮਾਰ ਸਕਦੇ ਨੇ, ਜਾਂ ਉਹ ਇੱਥੇ ਕਾਂਗਰਸ ਦੇ ਵਿੱਚ ਹੀ ਬਣੇ ਰਹਿਣਗੇ ਜਾਂ ਕਿਸੇ ਹੋਰ ਪਾਰਟੀ ਵਿੱਚ ਜਾ ਸਕਦੇ ਨੇ। ਦੂਜੀ ਗੱਲ ਸੇਖੋ ਸਾਹਿਬ ਇਹ ਆ ਕਿ ਕਾਂਗਰਸ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਨੇ, ਜਿਹੜੀਆਂ ਹੁਣ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਨੇ, ਕਾਂਗਰਸ ਨੂੰ ਭਾਰੀ ਬਹੁਮਤ ਮਿਲਿਆ, ਉਹ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ 2022 ਦਾ ਜਿਹੜਾ ਚਿਹਰਾ ਹੋਣਗੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਚੋਣਾਂ ਲੜੀਆਂ ਜਾਣਗੀਆਂ। ਉਧਰ ਹੀ ਨਾਲ ਹੀ ਪ੍ਰਗਟ ਸਿੰਘ ਦਾ ਬਿਆਨ ਆ ਜਾਂਦਾ ਹੈ, ਪ੍ਰਤੀਕਰਮ ਦਿੰਦੇ ਨੇ, ਹਾਂ, ਜਿਹੜਾ ਕਿ ਸਿੱਧੂ ਧੜੇ ਦੇ ਮੰਨੇ ਜਾਂਦੇ ਨੇ। ਉਹ ਕਹਿੰਦੇ ਆ ਵੀ ਇਹ ਪਾਰਟੀ ਦਾ ਚਿਹਰਾ 2022 ਦੇ ਵਿੱਚ ਕਪਤਾਨੀ ਕਿਹਦੇ ਕੋਲ ਹੋਊਗੀ, ਇਹ ਤਾਂ ਕਾਰਗੁਜ਼ਾਰੀ ਦੇ ਆਧਾਰ ਤੇ ਪਾਰਟੀ ਤੈਅ ਕਰੂਗੀ, ਕੇਂਦਰੀ ਲੀਡਰਸ਼ਿਪ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਤੈਅ ਕਰਨਗੇ। ਤੇ ਇਸ ਤਰ੍ਹਾਂ ਇੱਧਰੋਂ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਅਮਰਿੰਦਰ ਸਿੰਘ ਆਪਣਾ ਪ੍ਰਿੰਸੀਪਲ ਸੈਕਟਰੀ ਲਾ ਲੈਂਦੇ ਨੇ, ਪ੍ਰਿੰਸੀਪਲ ਜਿਹੜਾ ਐਡਵਾਈਜ਼ਰ ਨੇ ਲਾ ਲੈਂਦੇ ਨੇ। ਤੇ ਇਹ ਵੀ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਵੀ ਰਾਹੁਲ ਗਾਂਧੀ ਦੀ ਪ੍ਰਵਾਨਗੀ ਤੋਂ ਬਿਨਾਂ ਤਾਂ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਹੋਈ ਹੋਵੇ, ਜਿੱਥੇ ਤੱਕ ਆਪਾਂ ਸਮਝਦੇ ਹਾਂ, ਕਿਉਂਕਿ ਹਾਈ ਕਮਾਂਡ ਕੋਲ ਇਹ ਮੁੱਦਾ ਕਾਫੀ ਟਾਈਮ ਦਾ ਚੱਲ ਰਿਹਾ ਸੀ। ਪ੍ਰਸ਼ਾਂਤ ਕਿਸ਼ੋਰ ਨਾਲ ਪਹਿਲਾਂ ਤੋਂ ਹੀ ਮੀਟਿੰਗਾਂ ਹੋ ਰਹੀਆਂ ਸੀ, ਪਿਛਲੇ ਸਾਲ ਵੀ ਇਹ ਉੱਠਿਆ ਸੀ। ਤੇ ਇਹਦੇ ਵਿੱਚ ਕਾਂਗਰਸ ਦੀ ਜਿਹੜੀ ਪੰਜਾਬ ਦੀ ਪੋਲੀਟਿਕਸ ਹੈ, ਨਵਜੋਤ ਸਿੰਘ ਸਿੱਧੂ ਕੀ ਇਸੇ ਪਾਰਟੀ ਦੇ ਵਿੱਚ ਟਿਕੇ ਰਹਿਣਗੇ ਜਾਂ ਉਹਨਾਂ ਨੂੰ ਟਿਕਣ ਦਿੱਤਾ ਜਾਊਗਾ, ਜਾਂ ਉਹ ਜਿਵੇਂ ਪਹਿਲਾਂ ਪਾਰਟੀ ਦੇ ਵਿੱਚ ਬੀਜੇਪੀ ਦੇ ਵਿੱਚ ਉਹ ਅਕਾਲੀ ਦਲ ਦੇ ਮਤਲਬ ਬੀਜੇਪੀ ਇਕੱਠੇ ਹੀ ਸੀਗੇ ਤੇ ਉਸ ਤੋਂ ਬਾਅਦ ਕਾਂਗਰਸ 'ਚ ਆਏ ਨੇ, ਤੇ ਕੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ? ਆਮ ਆਦਮੀ ਪਾਰਟੀ ਦਾ ਰਸਤਾ ਉਹਨਾਂ ਕੋਲੇ ਬਚਦਾ, ਤੇ ਜਾਂ ਉਹ ਕਾਂਗਰਸ ਦੇ ਵਿੱਚ ਹੀ 2022 ਦੀ ਕਪਤਾਨੀ ਕਰਨਗੇ? ਕੈਪਟਨ ਅਮਰਿੰਦਰ ਸਿੰਘ ਦਾ ਬਦਲ ਬਣਨ ਦੀ ਉਹਨਾਂ ਦੇ ਵਿੱਚ ਸਮਰੱਥਾ ਹੈ ਜਾਂ ਨਹੀਂ ਹੈ? ਇਹਦੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਮੁੱਦੇ ਦੇ ਉੱਤੇ ਮੈਂ ਕਹਾਂਗਾ ਮਾਨਸ਼ਾਹੀ ਜੀ ਵੀ ਇਸ ਵੇਲੇ ਦੋ ਮੁੱਖ ਧੜੇ ਨੇ ਜੀ। ਇੱਕ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਜੀ, ਦੂਸਰਾ ਧੜਾ ਜਿਹੜਾ ਹੈਗਾ ਉਹ ਸਾਇਲੈਂਟ ਧੜਾ ਜੀ, ਖੁੱਲ੍ਹ ਕੇ ਨਹੀਂ ਸਾਹਮਣੇ ਆ ਰਿਹਾ ਜੀ। ਉਹਨਾਂ ਦਾ ਜਿਹੜਾ ਅਗਵਾਈ ਆਪਾਂ ਕਹਿ ਲਈਏ ਜੀ, ਫੇਸ ਕਹਿ ਲਈਏ, ਉਹ ਨਵਜੋਤ ਸਿੱਧੂ ਆ। ਪਰ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਉਹ ਆਪਣੀ ਜਿਹੜੀ ਥਾਂ ਸਿਆਸੀ ਜਿਹੜਾ ਇਹ ਧੜਾ ਜੀ ਨਵਜੋਤ ਸਿੰਘ ਸਿੱਧੂ ਵਾਲਾ ਜੀ, ਇਹ ਧੜੇ ਦੀ ਜਿਹੜੀ ਹੈਗੀ ਆ ਮੈਂ ਕਹਾਂਗਾ ਪ੍ਰਭਾਵ ਉਹਨਾਂ ਦੀਆਂ ਜੜ੍ਹਾਂ, ਉਹਨਾਂ ਦੀ ਜਿਹੜੇ ਹੈਗੇ ਆ ਦੂਰ ਤੱਕ ਜਿਹੜੀਆਂ ਜੜ੍ਹਾਂ ਫੈਲੀਆਂ ਹੋਈਆਂ ਨੇ, ਉਹ ਕਿਤੇ ਨਾ ਕਿਤੇ ਨੌਜਵਾਨ ਵਰਗ ਦੇ ਵਿੱਚ ਫੈਲੀਆਂ ਹੈਗੀਆਂ ਨੇ। ਨੌਜਵਾਨ ਵਰਗ ਦਾ ਬਹੁਤ ਜਿਹੜਾ ਵੋਟ ਬੈਂਕ ਆ ਪੰਜਾਬ ਦੇ ਵਿੱਚ ਹੈ ਨਾ, ਉਹ 50% ਤੋਂ ਵੱਧ ਆ ਜੀ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਫੇਸ ਬਣਾ ਲਿਆ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਾਂਗਰਸ ਦੇ ਵਿੱਚ ਜਾਂ ਅਕਾਲੀ ਆਪਣਾ ਆਮ ਆਦਮੀ ਪਾਰਟੀ ਦੇ ਵਿੱਚ, ਮੈਂ ਗੱਲ ਕਰਦਾ ਵੀ ਕਾਂਗਰਸ ਵੱਲੋਂ, ਪਹਿਲਾਂ ਜੇ ਕਾਂਗਰਸ ਵੱਲੋਂ ਜੇ ਫੇਸ ਬਣਾ ਲਿਆ ਜਾਂਦਾ, ਆਪਾਂ ਪਹਿਲਾਂ ਜਿੱਥੇ ਉਹ ਖੜਦਾ ਹੈ ਨਾ ਉੱਥੇ ਦੀ ਆਪਾਂ ਗੱਲ ਕਰ ਲਈਏ। ਜੇਕਰ
ਨਵਜੋਤ ਸਿੰਘ ਸਿੱਧੂ ਲੀਡ ਕਰਦਾ ਪਾਰਟੀ ਨੂੰ, ਫੇਸ ਬਣਾ ਲਿਆ ਜਾਂਦਾ, ਉਹਦੀ ਅਗਵਾਈ ਥੱਲੇ ਚੋਣਾਂ ਲੜੀਆਂ ਜਾਂਦੀਆਂ ਹੈਗੀਆਂ ਨੇ, ਤਾਂ ਕਾਂਗਰਸ ਪਾਰਟੀ ਦੇ ਲਈ ਇੱਕ ਅੱਛਾ ਮੌਕਾ ਦੁਬਾਰਾ ਰਿਪੀਟ ਕਰਨ ਦਾ ਮਿਲ ਸਕਦਾ ਉਹਨਾਂ ਨੂੰ, ਮੈਂ ਹੈ ਨਾ। ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਈ ਕਿਸਮ ਦੇ ਜਿਹੜੇ ਦੋਸ਼ ਨੇ, ਉਹਨਾਂ ਦੀ ਪਾਰਟੀ ਦੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਕੈਪਟਨ ਅਮਰਿੰਦਰ ਸਿੰਘ ਇੱਕ ਧੜੱਲੇਦਾਰ ਲੀਡਰ ਆ, ਉਹਨਾਂ ਦੀ ਪਾਰਟੀ ਦੇ ਉੱਤੇ ਵੀ ਪਕੜ ਮਜ਼ਬੂਤ ਆ, ਪੁਰਾਣੇ ਲੀਡਰ ਨੇ ਉਹ। ਕੇਂਦਰੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੀ ਸੋਨੀਆ ਗਾਂਧੀ ਨਾਲ ਵੀ ਚੰਗਾ ਉਹਨਾਂ ਦਾ ਰਾਬਤਾ, ਪਰਿਵਾਰਕ ਰਿਲੇਸ਼ਨ ਹੈਗਾ, ਤੇ ਉਸ ਨੂੰ ਲਾਂਭੇ ਕਰਨਾ ਬੜਾ ਔਖਾ, ਇੰਨਾ ਸੌਖਾ ਨਹੀਂ ਹੈਗਾ, ਹੈ ਨਾ। ਪਰ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਟਰਮ ਦੇ ਵਿੱਚ ਜਿਹੜਾ ਹੈਗਾ ਉਹ ਕਈ ਕਿਸਮ ਦੀਆਂ ਵੱਡੀਆਂ ਜਿਹੜੀਆਂ ਮੈਂ ਕਹਾਂਗਾ ਸਿਆਸੀ ਜਿਹੜੇ ਗੈਪ ਨੇ ਉਹਨਾਂ ਦੇ ਨਜ਼ਰ ਆਉਂਦੇ ਹੈਗੇ ਵੀ ਉਹਨਾਂ ਦਾ ਲੋਕਾਂ ਵਿੱਚ ਨਾ ਵਿਚਰਨਾ, ਆਪਣੇ ਵਿਧਾਇਕਾਂ ਨੂੰ ਨਾ ਮਿਲਣਾ, ਮੰਤਰੀਆਂ ਨੂੰ ਨਾ ਮਿਲਣਾ, ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਉਹਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣੀ ਤੇ ਨਸ਼ਿਆਂ ਦਾ ਖਾਤਮਾ ਨਾ ਹੋਣਾ, ਉਹ ਜਿਹੜੇ ਵਾਅਦਿਆਂ ਦੇ ਮਸਲੇ ਦੇ ਵਿੱਚ ਜਿਹੜੇ ਕਿ ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਦਿਖਾਏ ਸੀ, ਵੱਡੇ ਵਾਅਦੇ ਸੀ, ਉਹਨਾਂ ਵਾਅਦਿਆਂ ਵਿੱਚ ਫਸਿਆ ਹੋਇਆ ਕਿਤੇ ਨਾ ਕਿਤੇ। ਇਸ ਗੱਲ ਨੂੰ ਲੈ ਕੇ ਵੀ ਜੇ ਕਾਂਗਰਸ ਨੇ ਰਿਪੀਟ ਕਰਨਾ ਤਾਂ ਸਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਥੋੜ੍ਹਾ ਪਿੱਛੇ ਰੱਖ ਕੇ ਤਾਂ ਅੱਗੇ ਲੈ ਕੇ ਆਉਣਾ ਪਊਗਾ। ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਨਹੀਂ ਛੱਡੇਗਾ, ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ਕਸ਼ ਕਰ ਦਿੱਤੀ ਜਾਵੇ ਵੀ ਤੁਸੀਂ ਕੇਂਦਰੀ ਲੀਡਰਸ਼ਿਪ ਦੇ ਵਿੱਚ ਆ ਜਾਓ। ਹੁਣ ਕਾਂਗਰਸ ਪਾਰਟੀ ਨਾ ਕੈਪਟਨ ਨੂੰ ਛੱਡਣਾ ਚਾਹੁੰਦੀ ਹੈ, ਨਾ ਨਵਜੋਤ ਸਿੱਧੂ ਨੂੰ ਛੱਡਣਾ ਚਾਹੁੰਦੀ ਹੈ। ਨਵਜੋਤ ਸਿੰਘ ਸਿੱਧੂ ਇੱਕ ਅੱਛਾ ਪ੍ਰਚਾਰਕ ਆ, ਉਹਦੀ ਫੈਨ ਫੋਲੋਇੰਗ ਜਿਹੜੀ ਹੈਗੀ ਆ ਉਹ ਪੰਜਾਬ ਤੱਕ ਸੀਮਿਤ ਨਹੀਂ, ਉਹਦੀ ਪੂਰੇ ਦੇਸ਼ ਦੇ ਵਿੱਚ ਕੀ ਆ ਫੈਨ ਫੋਲੋਇੰਗ ਆ। ਉਹ ਖਿਡਾਰੀ ਵੀ ਰਿਹਾ, ਉਹ ਕਿਤੇ ਨਾ ਕਿਤੇ ਫਿਲਮ ਉਦਯੋਗ ਦੇ ਨਾਲ ਵੀ ਜਿਹੜਾ ਹੈਗਾ ਨਾ ਜੁੜਿਆ ਹੋਇਆ ਹੈਗਾ। ਉਸ ਨੂੰ ਆਪਾਂ ਕਹਿ ਲਈਏ ਸਿੱਧੂ ਨੂੰ ਛੋਟੇ ਤੋਂ ਛੋਟਾ ਬੱਚਾ ਤੇ ਸੀਨੀਅਰ ਤੋਂ ਸੀਨੀਅਰ ਬਜ਼ੁਰਗ ਵੀ ਜਾਣਦਾ ਹੈਗਾ। ਉਹ ਕੋਈ ਅਣਜਾਣ ਚਿਹਰਾ ਨਹੀਂ ਹੈਗਾ। ਜਿੱਥੇ ਸਿੱਧੂ ਜਾਂਦਾ ਚੋਣ ਪ੍ਰਚਾਰ ਕਰਨ ਦੇ ਲਈ ਉੱਥੇ ਲੋਕ ਉਹਨੂੰ ਸੁਣਨ ਆਉਂਦੇ ਆ, ਤੇ ਗੱਲ ਭੀੜ ਦੀ ਹੁੰਦੀ ਆ। ਜੇਕਰ ਭੀੜ ਤੁਹਾਡੇ ਕੋਲੇ ਆਉਂਦੀ ਆ ਤੇ ਉਹਨਾਂ ਤੱਕ ਤੁਹਾਡਾ ਮੈਸੇਜ ਕਨਵੇ ਹੁੰਦਾ ਤਾਂ ਤੁਸੀਂ ਉਹਨਾਂ ਦੀ ਮਾਈਂਡ ਮੈਨੇਜਮੈਂਟ ਕਰ ਜਾਂਦੇ ਹੋ, ਉਹਨਾਂ ਦਾ ਮਨ ਬਦਲ ਜਾਂਦੇ ਹੋ। ਜੇਕਰ ਨਵਜੋਤ ਸਿੰਘ ਸਿੱਧੂ ਬਾਹਰ ਜਾਂਦਾ, ਕਾਂਗਰਸ ਛੱਡਦਾ, ਤਾਂ ਉਹਦੇ ਕੋਲ ਇੱਕੋ ਹੀ ਵਿਕਲਪ ਹੈਗਾ, ਬਦਲ ਹੈਗਾ, ਹੋਰ ਕੋਈ ਨਹੀਂ ਨਜ਼ਰ ਆਉਂਦਾ ਹੈਗਾ। ਜੇਕਰ ਆਮ ਆਦਮੀ ਪਾਰਟੀ ਉਸ ਨੂੰ ਫੇਸ ਬਣਾਵੇ, ਹੈ ਨਾ, ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਇੱਕ ਅੱਛੀ ਜਿਹੜੀ ਹੈਗੀ ਫਾਈਟ ਵਿਰੋਧੀ ਪਾਰਟੀਆਂ ਨੂੰ ਦੇਣ ਦੇ ਸਮਰੱਥ ਹੈਗਾ। ਤੇ ਉਹਨਾਂ ਦਾ ਮੈਂ ਗੱਲ ਕੀਤੀ, ਆਮ ਆਦਮੀ ਪਾਰਟੀ ਦੇ ਨਾਲ ਬਹੁਤੇ ਲੋਕੀ ਨੇ ਯੰਗ ਹੈਗੇ ਨੇ, ਯੰਗ ਜਨਰੇਸ਼ਨ ਜਿਹੜੀ ਹੈਗੀ ਆ ਉਹ ਕੋਈ ਨਾ ਕੋਈ ਤੀਸਰੇ ਬਦਲ ਦੀ ਤਲਾਸ਼ ਦੇ ਵਿੱਚ, ਜਿਹੜਾ ਪੰਜਾਬ ਦਾ ਇੱਥੋਂ ਦਾ ਇੱਕ ਵੱਡਾ ਵਰਗ ਆ ਨਾ, ਉਹ ਅਜੇ ਵੀ ਘੁੰਮਦਾ ਫਿਰਦਾ ਤੀਸਰੇ ਵਰਗ ਦੀ ਤਲਾਸ਼ ਦੇ ਵਿੱਚ ਆ। ਜੇਕਰ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ ਸੀ ਨਾ 2014 ਦੇ ਵਿੱਚ, ਤਾਂ ਉਹ ਜਿਹੜਾ ਸਮਰਥਨ ਸੀ, ਪੀਸ ਸਾਇਲੈਂਟ ਸਮਰਥਨ ਸੀ 2014 ਦੇ ਵਿੱਚ, ਜਦੋਂ 4 ਮੈਂਬਰ ਪਾਰਲੀਮੈਂਟ ਜਿਤਾਏ ਨੇ, ਘੱਟੋ ਘੱਟ 80-85 ਸੀਟਾਂ ਤੋਂ ਵਿਧਾਨ ਸਭਾ ਸੀਟਾਂ ਤੇ ਇਹ ਉਦੋਂ ਜਿੱਤੇ ਨੇ, ਵਧੇ ਨੇ 2014 ਦੀਆਂ ਚੋਣਾਂ ਵਿੱਚ। ਮੈਂਬਰ ਪਾਰਲੀਮੈਂਟ ਭਾਵੇਂ 4 ਹੀ ਜਿੱਤੇ ਸੀ, ਪਰ ਵਿਧਾਨ ਸਭਾ ਬਹੁਤੀਆਂ ਸੀਟਾਂ ਦੇ ਉੱਤੇ ਇਹ ਜਿੱਤ ਪ੍ਰਾਪਤ ਕਰ ਗਏ ਸੀ। ਤਾਂ ਉਹ ਜਿਹੜਾ ਸਮਰਥਨ ਸੀ, ਉਹ ਜਿਹੜਾ ਇੱਕ ਮੂਵਮੈਂਟ ਘੁੰਮਦੀ ਫਿਰਦੀ ਆ ਆਈਡੀਏ ਦੀ, ਤਾਂ ਉਹ ਆਈਡੀਆ ਜਿਹੜਾ ਹੈਗੇ ਆ 17 ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਆ ਕੇ ਆਪਣੀਆਂ ਗਲਤੀਆਂ ਕਰਕੇ ਮੈਂ ਕਹਾਂਗਾ ਕਮਜ਼ੋਰ ਹੋ ਗਈ ਸੀ, ਆਪਣੀਆਂ ਨਲਾਇਕੀਆਂ ਕਰਕੇ ਉਹ ਹਾਰੇ ਆ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵਾਪਰਦੀਆਂ ਨੇ, ਇੱਥੇ ਸਰਬੱਤ ਖਾਲਸਾ ਹੁੰਦਾ, ਇੱਥੇ ਬਰਗਾੜੀ ਦਾ ਮੋਰਚਾ ਲੱਗਦਾ, ਤੇ ਹੁਣ ਕਿਸਾਨੀ ਮੂਵਮੈਂਟ ਤੁਹਾਡੇ ਸਾਹਮਣੇ ਹੈਗੀ ਆ। ਸੁਖਪਾਲ ਖਹਿਰੇ ਹੋਰਾਂ ਦਾ ਵੀ ਅਲੱਗ ਹੋਣਾ ਪਾਰਟੀ ਤੋਂ, ਖਸਦਾਣੇ ਨੇ ਜਿਹੜੀ ਹੈਗੀ ਆ ਰੈਲੀ ਕੀਤੀ ਹੈਗੀ ਆ, ਹੈ ਨਾ। ਤੇ ਇਹਨਾਂ ਵਿੱਚ ਬਹੁਤ ਵੱਡੀ ਜਿਹੜੀ ਹੈਗੀ ਆ ਲੋਕਾਂ ਦੀ ਜਿਹੜੀ ਹੈਗੀ ਆ ਗਿਣਤੀ ਆਉਂਦੀ ਹੈਗੀ ਆ, ਲੋਕ ਸਮਰਥਨ ਕਰਨ ਲਈ ਆਉਂਦੇ ਹੈਗੇ ਨੇ ਦੇਸ਼ ਵਿਦੇਸ਼ ਦੇ। ਇਹ ਸਾਰਾ ਜਿਹੜਾ ਵਰਗ ਆ, ਇਹ ਕਿਤੇ ਨਾ ਕਿਤੇ ਤੀਸਰੇ ਬਾਦਲ ਦੇ ਕੰਮ ਆ ਸਕਦਾ ਜੇਕਰ ਕੋਈ ਇਹਨਾਂ ਨੂੰ ਚੈਨਲਾਈਜ਼ ਕਰ ਗਿਆ। ਜਿਹਦੇ ਵਿੱਚੋਂ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਸੁਖੋ ਸਾਹਿਬ ਨਵੀਂ ਲੀਡਰਸ਼ਿਪ ਵਿਧਾਨ ਸਭਾ ਚੋਣਾਂ ਲਈ ਪੈਦਾ ਹੋ ਸਕਦੀ ਹੈ ਕਿ ਤੁਸੀਂ ਮੰਨਦੇ ਹੋ? ਜਿਹੜੇ ਕਿਸਾਨ ਆਗੂ ਲੀਡ ਕਰਦੇ ਨੇ, ਚਾਹੇ ਉਹ ਰਾਜੇਵਾਲ ਦੀ ਗੱਲ ਹੋਵੇ, ਚਾਹੇ ਉਹ ਕੋਕਰੀ ਕਲਾਂ ਹੋਰਾਂ ਦੀ ਗੱਲ ਹੋਵੇ, ਚਾਹੇ ਉਹ ਆਪਣੇ ਰੁਲਦਾ ਸਿੰਘ ਹੋਰਾਂ ਦੀ ਗੱਲ ਹੋਵੇ, ਇੱਥੇ ਵੀ ਲੀਡਰਸ਼ਿਪ ਕਿਸਾਨ ਅੰਦੋਲਨ, ਕਿਉਂਕਿ ਸਾਰੀ ਸਿਆਸਤ ਪੰਜਾਬ ਦੀ ਇਸ ਟਾਈਮ ਕਿਸਾਨ ਅੰਦੋਲਨ 'ਤੇ ਕੇਂਦਰਿਤ ਹੈ। ਉੱਥੋਂ ਫੈਸਲਾ ਜੋ ਹੋਊਗਾ ਉਹ ਕਿੱਧਰ ਨੂੰ ਮੋੜਾ ਲੈਂਦਾ ਕਿਸਾਨ ਅੰਦੋਲਨ, ਕਿਉਂਕਿ ਇਹ ਆਪਾਂ ਨੂੰ ਸਟੇਜਾਂ ਤੋਂ ਵੀ ਲੱਗਦਾ ਸੀ ਜਿਸ ਤਰ੍ਹਾਂ। ਇਹਦੇ ਬਾਰੇ ਕਿੱਧਰ, ਇਹਦੇ ਵਿੱਚੋਂ ਨਵੀਂ ਯੂਥ ਲੀਡਰਸ਼ਿਪ ਦਾ ਭਵਿੱਖ ਵੀ ਦੇਖਿਆ ਜਾ ਸਕਦਾ, ਜਾਂ ਇਹ ਕਿਸਾਨੀ ਅੰਦੋਲਨ ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਤਾਂ ਕਰੂਗਾ? ਕੇਂਦਰ ਬਿੰਦੂ ਇਸ ਵਾਰੀ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਕਿਸਾਨੀ ਦਾ ਮੁੱਦਾ ਰਹੂਗਾ। ਜਿਹੜਾ ਕਿਸਾਨੀ ਦੀ ਗੱਲ ਕਰੂਗਾ ਉਹ ਲੋਕ ਉਹਨੂੰ ਉਧਰ ਨੂੰ ਹੋਣਗੇ। ਮਨਸ਼ਾ ਆ ਇਹਦੇ ਵਿੱਚ ਜਿਹੜੀ ਪਹਿਲੀ ਕਤਾਰ ਦੀ ਲੀਡਰਸ਼ਿਪ ਹੈ ਨਾ ਕਿਸਾਨੀ ਦੀ ਜੀ, ਉਹ ਡਾਇਰੈਕਟ ਚੋਣਾਂ ਦੇ ਵਿੱਚ ਨਹੀਂ ਹਿੱਸਾ ਲਵੇਗੀ ਮੈਂ ਕਹਾਂਗਾ ਜੀ ਜੀ। ਤੇ ਹੋ ਸਕਦਾ ਵੀ ਕਿਸੇ ਨੂੰ ਹਮਾਇਤ ਦੇ ਦੇਣ, ਕਿਸੇ ਪਾਰਟੀ ਨੂੰ ਹਮਾਇਤ ਦੇ ਦੇਣਾ, ਕਿਉਂਕਿ ਜੇਕਰ ਉਹ ਡਾਇਰੈਕਟ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ, ਕਿਸੇ ਪਾਰਟੀ ਨਾਲ ਜੁੜਦੇ ਆ, ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਢਾਂਚਾ ਵਿਖਰ ਜਾਏਗਾ।
ਇੱਕ ਕਿਸਾਨੀ ਅੰਦੋਲਨ ਦੀ ਵਿਸ਼ੇਸ਼ਤਾ ਜਿਹੜੀ ਹੈਗੀ ਆ, ਇਹਦੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਹੈਗੀ ਆ, ਇਸ ਨੇ ਪਿੰਡ ਪੱਧਰ ਦੀ ਲੀਡਰਸ਼ਿਪ ਪੈਦਾ ਕਰ ਦਿੱਤੀ, ਇਸ ਨੇ ਗਲੀ ਗਲੀ ਦੇ ਵਿੱਚ ਲੀਡਰਸ਼ਿਪ ਪੈਦਾ ਕਰ ਦਿੱਤੀ। ਮੇਨ ਗੱਲ ਉੱਥੇ ਆ, ਉਹ ਲੀਡਰਸ਼ਿਪ ਜਿਹੜੀ ਪਿੰਡਾਂ ਦੀ ਲੀਡਰਸ਼ਿਪ ਆ ਨਾ, ਉਹ ਕਿਸ ਦੇ ਸਮਰਥਨ ਚ ਆਉਂਦੀ ਆ। ਉਹ ਸ਼ੁਰੂ ਤੋਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਸ਼ੁਰੂ ਤੋਂ ਤਾਂ ਸਿੱਖੋ ਸਾਹਿਬ ਉਹ ਜਿਹੜੀ ਪਿੰਡਾਂ ਵਾਲੀ ਪੋਲਿਟਿਕਸ ਹੈ, ਜਿਹੜੀ ਉੱਥੋਂ ਸ਼ੁਰੂ ਹੁੰਦੀ ਹੈ ਬੂਥ ਲੈਵਲ ਦੇ ਉੱਤੋਂ, ਉਹ ਪਹਿਲਾਂ ਅਕਾਲੀ ਦਲ ਕਾਂਗਰਸ ਦੀ ਹੋ ਰਹੀ ਆ, ਉਹਨਾਂ ਨੂੰ ਵੀ ਰਹੀ ਆ, ਉਹਨਾਂ ਦਾ ਕਬਜ਼ਾ ਰਿਹਾ ਉੱਥੋਂ ਹੀ ਉਹ ਜਿਹੜਾ ਪੁਰਾਣਾ ਮੁੱਢ ਚੱਲਿਆ ਆ ਰਿਹਾ ਹੈ ਤੱਕੜੀ ਤੇ ਪੰਜੇ ਦਾ, ਉਹ ਚੱਲਦਾ ਰਿਹਾ। ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਕੀ ਹੈਗਾ ਆਪਣਾ ਝਾੜੂ ਜ਼ਰੂਰ ਵਿੱਚ ਚੱਲਦਾ ਨਜ਼ਰ ਆਇਆ ਇਸ ਵਾਰੀ 2017 ਦੀਆਂ ਚੋਣਾਂ ਦੇ ਵਿੱਚ, ਤਾਂ ਕਿ ਉਹ ਦੂਜੀ ਮੁੱਖ ਧਿਰ ਵਿਰੋਧੀ ਧਿਰ ਪਾਰਟੀ ਇਹ ਜਿਹੜੀ ਮੈਂ ਗੱਲ ਕਰਦਾ ਵੀ ਇਹ ਜਿਹੜੀ ਨਵੀਂ ਪ੍ਰਾਪਤੀ ਆ ਇਸ ਅੰਦੋਲਨ ਦੀ, ਉਸ ਕਿਸਾਨੀ ਜਿਹੜੀ ਫਰੰਟ ਦੀ ਲੀਡਰਸ਼ਿਪ ਆ, ਉਹ ਪ੍ਰਭਾਵ ਇਹਨਾਂ ਚੋਣਾਂ 'ਚ ਪਾਵੇ ਨਾ ਪਾਵੇ, ਉਹ ਇਨਵੋਲਵ ਹੋਵੇ ਨਾ ਹੋਵੇ, ਪਰ ਜਿਹੜੀ ਪਿੰਡ ਦੀ ਲੀਡਰਸ਼ਿਪ ਜਿਹੜੀ ਹੈਗੀ ਆ, ਜਿਹੜੀ ਬੂਥ ਦੀ ਲੀਡਰਸ਼ਿਪ ਹੈਗੀ ਆ, ਜਿਹੜੀ ਹੁਣ ਵਿਹੜਿਆਂ ਦੀ ਲੀਡਰਸ਼ਿਪ ਜਿਹੜੀ ਹੈਗੀ ਆ, ਇਹ ਇੱਕ ਨਵੀਂ ਲੀਡਰਸ਼ਿਪ ਪੈਦਾ ਹੋਈ ਆ ਪੰਜਾਬ ਦੇ ਵਿੱਚ। ਇਸ ਲੀਡਰਸ਼ਿਪ ਨੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਸਿੱਧਾ ਅਸਰ ਪਾਉਣਾ। ਉਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ MLA ਆਉਣਗੇ, ਮੰਤਰੀ ਆਉਣਗੇ, ਚੋਣਾਂ ਲੜਨ ਵਾਲੇ ਆਉਣਗੇ, ਉਹਨਾਂ ਦੇ ਨਾਲ ਕਿਸਾਨੀ ਮੁੱਦਿਆਂ ਦੇ ਉੱਤੇ ਗੱਲਬਾਤ ਵੀ ਕਰਨੀ ਹੈਗੀ ਆ। ਹੁਣ ਇੰਨੀ ਕੁ ਟ੍ਰੇਨਿੰਗ ਹੋ ਗਈ ਉਹਨਾਂ ਦੀ, ਕਿਸਾਨੀ ਮੁੱਦਿਆਂ ਬਾਰੇ ਜਾਣਕਾਰੀ ਹੋ ਗਈ, ਉਹਨਾਂ ਕੋਲੇ ਸੰਵਾਦ ਰਚਾਉਣ ਦੀ ਹਰ ਪਿੰਡੂ ਲੀਡਰ ਕੋਲੇ ਕੀ ਹੈ ਸਮਰੱਥਾ। ਬਿਲਕੁਲ ਠੀਕ ਹੈ। ਤੇ ਉਹ ਜਿਹੜੀ ਲੀਡਰਸ਼ਿਪ ਮੈਂ ਗੱਲ ਕਰਾਂਗਾ ਕਿਸਾਨੀ ਦੀ, ਉਹ ਆਪ ਤਾਂ ਚੋਣ ਲੜਨ ਦੇ ਸਮਰੱਥ ਨਹੀਂ ਹੈਗੇ, ਹੈ ਨਾ, ਤੇ ਪਰ ਉਹ ਕਿਸੇ ਨੂੰ ਜਿਤਾ ਵੀ ਸਕਦੇ ਤੇ ਕਿਸੇ ਨੂੰ ਹਰਾ ਵੀ ਸਕਦੇ ਆ। ਤੇ ਇਸੇ ਤਰ੍ਹਾਂ ਅਸੀਂ ਅਗਲੇ ਹਫ਼ਤੇ ਸਿੱਖੋ ਸਾਹਿਬ ਪ੍ਰੋਗਰਾਮ ਨਬਜੇ ਪੰਜਾਬ ਦੇ ਵਿੱਚ ਵੱਖਰੇ ਮੁੱਦਿਆਂ 'ਤੇ ਚਰਚਾ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਜਿਹੜੀ ਸਿਆਸੀ ਨਬਜ ਹੈ ਉਹ ਲੋਕਾਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਸਕੀਏ। ਤੇ ਹੁਣ ਸਾਨੂੰ ਦਿਓ ਜੀ ਇਜਾਜ਼ਤ। ਸਾਡਾ ਸ਼ੋਅ ਕਿਸ ਤਰ੍ਹਾਂ ਲੱਗਿਆ ਤੁਸੀਂ ਸਾਨੂੰ ਜ਼ਰੂਰ ਫੀਡਬੈਕ ਦੇਖੋ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੰਜਾਬ ਸਟਾਰ TV। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਿੱਖੋ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।